ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ ਤੇ ਤਰੀਕ ਹੈ 11 ਮਈ, ਸ਼ਾਮ ਦੇ 5:30 ਹੋਏ ਨੇ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਤੋਂ ਖਬਰਾਂ, ਚਲੰਤ ਮਸਲਿਆਂ ਦੇ ਉੱਤੇ ਟਿੱਪਣੀਆਂ ਅਤੇ ਸਮਾਜ ਨਾਲ ਜੁੜੇ ਅਹਿਮ ਵਿਅਕਤੀਆਂ ਦੇ ਨਾਲ ਗੱਲਬਾਤ ਵੀ ਹੁੰਦੀ ਹੈ। ਸੋਮਵਾਰ ਦਾ ਦਿਨ ਹੁੰਦਾ ਜੀ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਨ ਦਾ। ਸੋ ਡਾਕਟਰ ਸ਼ਿੰਦਰ ਕੌਰ ਹੋਰੀ ਆਪਣੇ ਨਾਲ ਜੁੜਨਗੇ। ਤੁਸੀਂ ਆਪਣੇ ਸਵਾਲਾਤ ਕਰ ਸਕਦੇ ਹੋ, ਸਿਹਤ ਪੱਖੀ, ਕਰੋਨਾ ਪੱਖੀ, ਕੋਈ ਵੀ ਤੁਹਾਡੀ ਕੋਈ ਸਵਾਲਾਤ ਨੇ ਤੁਸੀਂ ਕਰ ਸਕਦੇ ਹੋ। ਸਾਡੇ ਪੰਜਾਬ ਭਰ 'ਚੋਂ ਪੱਤਰਕਾਰ ਸਾਹਿਬਾਨ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਅੱਗੇ ਚਰਚਾ ਵਧਾਵਾਂਗੇ। ਵਿਸ਼ਵ ਭਰ 'ਚ ਚੱਲੀ ਕਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਕਾਰਨ ਦੂਜੇ ਮੁਲਕਾਂ ਨਾਲੋਂ ਹਵਾਈ ਨਾਤਾ ਤੋੜਦਿਆਂ ਠੱਪ ਕੀਤੀਆਂ ਗਈਆਂ ਹਵਾਈ ਸੇਵਾਵਾਂ ਤੋਂ ਬਾਅਦ ਭਾਰਤ ਸਰਕਾਰ ਖਾਸ ਕਰ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਪੁੱਜੇ ਬਰਤਾਨੀਆ ਨਾਗਰਿਕਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਦੇ ਲਈ ਬਰਤਾਨੀਆ ਦੇ ਪੱਕੇ ਵਸਨੀਕਾਂ ਲਈ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਬਰਤਾਨੀਆ ਦੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਕੀਤੇ ਗਏ ਉਪਰਾਲੇ ਤਹਿਤ ਬ੍ਰਿਟਿਸ਼ ਏਅਰਲਾਈਨ ਦੀ ਉਡਾਨ 298 ਯਾਤਰੀ ਲੈ ਕੇ ਵਾਪਸ ਪੁੱਜੀ। ਪੰਜਾਬ ਦੇ ਵਿੱਚ ਕਰੋਨਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਕਿ ਅੱਜ ਕੱਲ੍ਹ ਕਰੋਨਾ ਨਾਲ ਲੜਨ ਦੀ ਲੋੜ ਹੈ, ਪਰੰਤੂ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਆਪਸ ਵਿੱਚ ਖਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਮੰਤਰੀਆਂ ਤੇ ਅਧਿਕਾਰੀਆਂ ਵਿਚਕਾਰ ਵਿਵਾਦ ਦੀ ਜਾਂਚ CBI ਜਾਂ ਚੀਫ ਜਸਟਿਸ ਤੋਂ ਹੋਣੀ ਚਾਹੀਦੀ ਹੈ। ਸਾਬਕਾ IAS ਅਫਸਰ ਦੇ ਲੜਕੇ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਪੰਜਾਬ ਦੇ ਸਾਬਕਾ DGP ਸਮੇਤ ਸਿੰਘ ਸੈਣੀ ਵੱਲੋਂ ਅਗਵਾਊ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਮੁਹਾਲੀ ਦੀ ਮਾਣਯੋਗ ਅਦਾਲਤ ਨੇ ਅਰਜ਼ੀ ਮਨਜ਼ੂਰ ਕਰ ਲਈ ਹੈ। ਸਮੇਤ ਸਿੰਘ ਸੈਣੀ ਵੱਲੋਂ ਅੱਜ ਐਡਵੋਕੇਟ APS ਦਿਓਲ ਅਤੇ HS ਧਨੋਆ ਅਦਾਲਤ ਵਿੱਚ ਪੇਸ਼ ਹੋਏ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਬਦਲੇ ਢੰਗ ਅਪਣਾਉਂਦੇ ਵੱਖ-ਵੱਖ ਵਰਗਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਦਿਨ ਤੈਅ ਕੀਤੇ ਸੀ, ਪਰ ਬਿਨਾਂ ਤੈਅ ਕੀਤੇ ਦੁਕਾਨਾਂ ਖੋਲ੍ਹਣ ਤੇ 43 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਬਿਹਾਰ ਤੋਂ ਪਰਤੇ ਜਲੰਧਰ ਦੇ 17 ਵਿਦਿਆਰਥੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਪਿੰਡ ਮੇਗਾ ਰਾਏ ਉਤਾਰ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਵੱਲੋਂ ਕਿਸ਼ੋਰ ਸਿੰਘ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਥਾਣਾ ਲੱਖੋ ਕੇ ਬਰਾਮ ਵਿਖੇ 7 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ COVID-19 ਭਿਆਨਕ ਮਹਾਮਾਰੀ ਦੇ ਚੱਲਦਿਆਂ ਬੰਦ ਪਏ ਕਾਲਜਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਰਵਿਘਨ ਪੜ੍ਹਾਈ ਜਾਰੀ ਰੱਖਣ ਦੇ ਆਦੇਸ਼ਾਂ ਤਹਿਤ ਸੰਬੰਧਿਤ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਵੱਲੋਂ ਆਧੁਨਿਕ ਤਰੀਕਾਂ ਦੇ ਸਾਧਨਾਂ ਦੁਆਰਾ ਘਰ ਬੈਠੇ ਪੜ੍ਹਾਇਆ ਜਾ ਰਿਹਾ। ਤੇ ਹੁਣ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਖਬਰਾਂ ਤੇ ਚਰਚਾ ਕਰਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲੜਨਾ ਤਾਂ ਕਰੋਨਾ ਨਾਲ ਸੀ ਸਰਕਾਰ ਨੇ, ਪਰ ਸਰਕਾਰ ਦੇ ਵਜ਼ੀਰ ਜਿਹੜੇ ਨੇ ਉਹ ਵੀ ਲੜੀ ਜਾਂਦੇ ਆ ਤੇ ਸਰਕਾਰ ਜਿਹੜਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਵੀ ਸਿਖਰ ਤੇ ਹੈ ਜੀ। ਉਧਰ ਆਪਣੇ ਤੁਹਾਨੂੰ ਪਤਾ ਦਿੱਲੀੋਂ ਨਿੱਤ ਨਵਾਂ ਰਾਕਟ ਛੱਡਦੇ ਨੇ ਪ੍ਰਤਾਪ ਸਿੰਘ ਬਾਜਵਾ ਵੀ। ਦੇਖੋ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਲੜਨਾ ਸੀ ਸਰਕਾਰ ਦੇ ਖਿਲਾਫ ਤੇ ਲੜੀ ਜਾਂਦੇ ਆਪਸ ਵਿੱਚ, ਕਰੋਨਾ ਦੇ ਖਿਲਾਫ। ਹਾਂ, ਕਰੋਨਾ ਦੇ ਖਿਲਾਫ ਲੜਨਾ ਸੀ ਤੇ ਲੜੀ ਜਾਂਦੇ ਆਪ। ਸਰਕਾਰ ਕੱਚੀ ਸਰਕਾਰ ਪੱਕੀ ਸਰਕਾਰ ਖਿਲਾਫ ਲੜੀ ਹੈ ਜੀ। ਅੱਛਾ ਜੀ। ਕੱਚੀ ਸਰਕਾਰ ਪੱਕੀ ਸਰਕਾਰ ਸਮਝਦੇ ਹੋ? ਹਾਂਜੀ ਹਾਂਜੀ, 5 ਸਾਲੇ ਤੇ 35 ਸਾਲੇ। 5 ਸਾਲੇ ਤੇ 35 ਸਾਲੇ ਨਹੀਂ, 5 ਸਾਲੇ ਤੇ 60 ਸਾਲੇ ਲਾ ਲਓ। 60 ਸਾਲੇ। ਹਾਂ, 60 ਸਾਲ। ਪਰ ਨੌਕਰੀ ਉਦੋਂ 35-40 ਸਾਲ ਹੀ ਗਿਣ ਲੈਂਦੇ ਨਾ ਆਪਾਂ। 35-40 ਸਾਲ ਨਹੀਂ, ਪਰ ਗੱਲ ਤਾਂ ਉਮਰ ਤਾਂ 60 ਸਾਲ ਹੈ ਨਾ। ਹਾਂ ਹਾਂ ਹਾਂ। ਇਧਰ ਜਦੋਂ 5 ਸਾਲ ਪੂਰੇ ਹੋ ਗਏ ਨਾਲ ਦੀ ਨਾਲ ਰਿਟਾਇਰ ਤੇ ਫਿਰ ਮਾਰਚ ਖੜੇ ਹੁੰਦੇ ਆ, ਅਰਜ਼ੀਆਂ ਦਿੰਦੇ। ਅਸਲ 'ਚ ਇਹ ਗੱਲ ਜਿਹੜੀ ਹੈਗੀ ਹੈ ਕਟਾਕਸ਼ ਕੱਸਿਆ ਹੈ ਬਿਕਰਮ ਸਿੰਘ ਮਜੀਠੀਆ ਨੇ ਜੀ। ਉਹਨੇ ਕਿਹਾ ਭਾਈ ਵੀ ਤੁਸੀਂ ਆਹ ਕੰਮ ਕੀ ਕਰੀ ਜਾਂਦੇ ਹੋ, ਤੇ ਬਿਕਰਮ ਮਜੀਠੀਆ ਨੇ ਤੇ ਨਾਲ ਹੋਰ ਵੀ ਮੰਗ ਕਰ ਲਈ ਹੈ
ਕਿ ਇਸ ਮਾਮਲੇ ਦੀ ਹਾਈ ਕੋਰਟ ਤੇ ਜੱਜ ਜਾਂ ਸੀਬੀਆਈ ਤੋਂ ਇਨਕੁਆਇਰੀ ਇਨਕੁਆਇਰੀ ਕਰਵਾ। ਹੋਵੇ। ਖੈਰ ਇਹ ਤਾਂ ਇਨਕੁਆਇਰੀ ਕਰਾਉਣ ਦੀ ਲੋੜ ਤਾਂ ਮੁੱਖ ਮੰਤਰੀ ਨੇ ਦੇਖਣੀ ਵੀ ਹੈ ਕਿ ਨਹੀਂ ਹੈ। ਉਹਨਾਂ ਨੇ ਆਪਣੀ ਮੰਗ ਕਰ ਲਈ। ਅਸਲ 'ਚ ਲੜਾਈ ਕਿੱਥੋਂ ਹੁੰਦੀ ਹੈ? ਜੀ ਲੜਾਈ ਇਹ ਹੁੰਦੀ ਹੈ ਕਿ ਇੱਕ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਕੁਝ ਦਿਨ ਪਹਿਲਾਂ। ਜੀ ਉਸ ਮੀਟਿੰਗ ਦੇ ਵਿੱਚ ਵਿਚਾਰਨਾ ਸੀ ਐਕਸਾਈਜ਼ ਪਾਲਿਸੀ ਨੂੰ। ਸਵਾਲ ਇਹ ਕਿ ਹੁਣ ਮਈ ਦਾ ਮਹੀਨਾ ਹੈ, ਜੀ 31 ਮਾਰਚ ਤੋਂ ਠੇਕੇ ਤਬਦੀਲ ਹੋ ਕੇ ਤੇ ਨਵਾਂ ਸਾਲ ਚੜ੍ਹ ਜਾਂਦਾ ਹੈ। 1 ਅਪ੍ਰੈਲ ਤੋਂ ਨਵੇਂ ਠੇਕੇ ਸ਼ੁਰੂ ਹੋ ਜਾਂਦੇ ਹੈ। ਜੀ ਲੇਕਿਨ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਵਿੱਚ ਠੇਕਿਆਂ ਦੀ ਨਿਲਾਮੀ ਨਹੀਂ ਹੋਈ, ਸਗੋਂ ਠੇਕਿਆਂ ਦੇ ਕੁਝ ਗਰੁੱਪਾਂ ਨੂੰ ਪ੍ਰਵਾਨਗੀ ਦੇਤੀ ਜੀ ਕਿ ਤੁਸੀਂ ਇੰਨੇ ਫੀਸਦੀ ਵੱਧ ਦੇ ਦਿਓ ਤੇ ਕੰਟੀਨਿਊ ਕਰ ਲਓ। ਤੁਹਾਨੂੰ ਹੀ ਦੇਤਾ। ਓਪਨ ਕੰਪੀਟੀਸ਼ਨ ਦੀ ਬਜਾਏ ਉਹਨਾਂ ਨੂੰ ਇਹ ਦੇਤੀ ਹੈ, ਅਗਲੀ ਵਾਰੀ ਵੀ ਤੁਸੀਂ ਚਲਾਓ। ਕੁਛ ਰਹਿੰਦੇ ਹੈ। ਇਸੇ ਦੌਰਾਨ ਜਿਹੜਾ ਹੈਗਾ ਲਾਕਡਾਊਨ ਲੱਗ ਗਿਆ, ਪੰਜਾਬ 'ਚ ਕਰਫਿਊ ਲੱਗ ਗਿਆ ਤੇ ਸ਼ਰਾਬ ਤੇ ਲੱਗ ਗਈ ਪਾਬੰਦੀ ਕਿ ਸ਼ਰਾਬ ਦੀ ਵਿਕਰੀ ਨਹੀਂ ਹੋਣੀ। ਜੀ ਪੰਜਾਬ ਦਾ ਸਾਰਾ ਜਿਹੜਾ ਰੈਵਨਿਊ ਦਾ ਦਾਰੋਮਦਾਰ ਹੈ ਉਹ ਸ਼ਰਾਬ ਤੇ ਹੀ ਹੈ। ਪੰਜਾਬ ਸਰਕਾਰ ਨੇ ਮੰਗ ਕੀਤੀ ਕਿ ਘੱਟੋ ਘੱਟ ਸ਼ਰਾਬ ਵੇਚਣ ਦੀ ਸਾਨੂੰ ਇਜਾਜ਼ਤ ਦੇ ਦਿੱਤੀ ਜਾਵੇ। ਕੇਂਦਰ ਨੇ ਇਜਾਜ਼ਤ ਨਹੀਂ ਦਿੱਤੀ। ਜੀ ਤਨਖਾਹਾਂ ਦੇਣ ਦੇ ਲਾਲੇ ਪੈ ਗਏ। ਅਖੀਰ ਕਾਫੀ ਦਿਨਾਂ ਬਾਅਦ ਜਦੋਂ ਭਾਰਤ ਸਰਕਾਰ ਨੇ ਇਜਾਜ਼ਤ ਦੇਤੀ ਤਾਂ ਪੰਜਾਬ ਸਰਕਾਰ ਨੇ ਵੀ ਫੈਸਲਾ ਕਰ ਲਿਆ। ਮੁੱਖ ਮੰਤਰੀ ਪੱਧਰ ਤੇ ਫੈਸਲਾ ਹੋਇਆ ਕਿ ਜਿਹੜੀ ਹੈਗੀ ਹੈ ਤੁਸੀਂ ਹੋਮ ਡਿਲੀਵਰੀ ਜੀ ਉਹ ਕਰ ਸਕਦੇ ਹੋ। ਹੋਮ ਡਿਲੀਵਰੀ ਦਾ ਮਤਲਬ ਹੈ ਕਿ ਜਿਹੜੀ ਉਹਦੀਆਂ ਸ਼ਰਤਾਂ ਕਿ 2 ਬੋਤਲਾਂ ਤੁਸੀਂ ਇੱਕ ਬੰਦੇ ਨੂੰ ਜਾਂ ਇੱਕ ਪਰਿਵਾਰ ਨੂੰ ਮੰਗਣ ਤੇ ਦੇ ਸਕਦੇ ਉਹ ਤੁਹਾਨੂੰ ਟੈਲੀਫੋਨ ਕਰੂਗਾ, ਤੁਸੀਂ ਆਪਣੇ ਬੰਦੇ ਰੱਖੋ, ਉਹਨਾਂ ਦੇ ਘਰ ਭੇਜ ਦਿਓ। ਠੇਕੇਦਾਰ ਕਹਿੰਦੇ ਜੀ ਤਾਂ ਬਹੁਤ ਮਾੜੀ ਗੱਲ ਹੈ। ਸਾਨੂੰ ਤਾਂ ਸਾਰੇ ਦਿਨ ਦਾ ਮਤਲਬ ਜਿਹੜਾ ਹੈਗਾ ਠੇਕਾ ਸਾਨੂੰ ਸਾਰੇ ਦਿਨ ਦਾ ਦੇਣਾ ਪਊਗਾ ਤੇ ਸ਼ਾਮ ਨੂੰ ਅਸੀਂ ਜਿਹੜਾ ਹੈਗਾ 3 ਵਜੇ ਤੱਕ ਤਾਂ ਅਸੀਂ ਓਪਨ ਵੇਚ ਲਾਂਗੇ ਤੇ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਇਹ ਤਾਂ ਬਹੁਤ ਘੱਟ ਜਾਊਗਾ ਜੀ। ਕਹਿੰਦੇ ਵਿਕਦੀ ਦਾਰੂ ਸ਼ਾਮ ਨੂੰ ਹੈ, ਪੀਣ ਵਾਲੇ ਆਉਂਦੇ ਹੈ। ਇਹਦੇ ਵਾਸਤੇ ਬੜੀ ਮਾੜੀ ਗੱਲ ਹੈ। ਡਿਬੇਟ ਸੁਣੀ ਮੈਂ, ਇੱਕ ਤੂੰ ਵੀ ਸੁਣੀ ਹੋਣੀ ਹੈ, ਤੁਸੀਂ ਵੀ ਸੁਣੀ ਹੋਣੀ ਹੈ। ਉਹ ਇੱਕ ਠੇਕੇਦਾਰ ਸਾਹਿਬ ਵੀ ਹੈ ਜੀ, ਅਕਾਲੀ ਲੀਡਰ ਵੀ ਹੈ, MLA ਰਹੇ ਹੈ ਇੱਥੋਂ ਦੇ ਫਰੀਦਕੋਟ ਦੇ ਦੀਪ ਮਲਹੋਤਰਾ ਜੀ। ਉਹ ਟੀਵੀ ਚੈਨਲ ਦੇ ਉੱਤੇ ਬੈਠ ਕੇ ਕਹਿੰਦੇ ਜੀ ਦੇਖੋ ਗੱਲ ਇਹ ਹੈ ਵੀ ਇਹ 2 ਬੋਤਲਾਂ ਵਾਲੀ ਗੱਲ ਤਾਂ ਘੱਟ ਹੈ। ਅੱਛਾ, ਪੇਟੀ ਦਿਓ, ਪੇਟੀ ਵਾਲੀ ਗੱਲ ਦੇ ਦਿਓ। ਜੇ ਪੇਟੀਆਂ ਜਾਣ ਲੱਗ ਗਈਆਂ ਤੇ ਗੱਲ ਫਿਰ ਬਸੋਂ ਬਾਹਰ ਹੀ ਹੋ ਜਾਣੀ ਹੈ। ਹੁਣ ਉਹ ਪੇਟੀਆਂ ਜਿਹੜੀਆਂ ਜਾਣਗੀਆਂ, ਪੇਟੀਆਂ ਤਾਂ ਫਿਰ ਜਾਣੀਆਂ ਜਿੱਥੇ ਉੱਥੇ ਹੀ ਜਾਣਗੀਆਂ। ਉਹ ਤਾਂ ਮੁਹੱਲਿਆਂ ਦੇ ਵਿੱਚ ਜਾ ਕੇ ਨਵੇਂ ਠੇਕੇ ਖੋਲ ਲੈਣਗੇ। ਕਿੱਥੇ ਰਹਿ ਜਾਊਗਾ ਸੋਸ਼ਲ ਡਿਸਟੈਂਸ? ਬਿਲਕੁਲ। ਇਸ ਗੱਲ ਦੇ ਉੱਤੇ ਘੱਟੋ ਕਲੇਸ਼ ਪਿਆ ਸੀ। ਪੰਜਾਬ ਦੀ ਕੈਬਨਿਟ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹੈ ਜਿਹੜੇ ਆਪ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਵਿੰਗੇ ਜਾਂ ਟੇਢੇ ਢੰਗ ਨਾਲ ਜੁੜੇ ਹੋਏ। ਲੀਡਰਾਂ ਚੋਂ ਹੀ ਲਾ ਲਓ ਤੁਸੀਂ, ਲੀਡਰ ਲਾ ਲਓ ਤੁਸੀਂ, ਵਜ਼ੀਰ ਲਾ ਲਓ, ਅਫਸਰ ਲਾ ਲਓ। ਵਜ਼ੀਰਾਂ ਦੇ ਕੋਲੇ ਜੇ ਸਿੱਧਾ ਨਹੀਂ ਕੰਮ ਤਾਂ ਅਸਿੱਧਾ ਹੈਗਾ, ਅਫਸਰਾਂ ਦੇ ਕੋਲੇ ਸਿੱਧਾ ਨਹੀਂ ਤਾਂ ਅਸਿੱਧਾ ਹੈਗਾ, ਕਿਉਂਕਿ ਕਮਾਈ ਵਾਲਾ ਜਿਹੜਾ ਇਹ ਸੌਦਾ ਪੱਤਾ ਹੈ ਇਹਦੇ ਵਿੱਚ ਉਹਨਾਂ ਵੀ ਉਹ ਬਰਾਬਰ ਦਾ ਹਿੱਸਾ ਬਣਾਉਂਦੇ ਜੀ। ਇੱਕ ਬਦਕਿਸਮਤੀ ਦਾਣੇ ਵਾਲੀ ਸਾਹਿਬ ਇਹ ਕਿ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਠੇਕੇਦਾਰ ਕੱਲੇ ਠੇਕਾ ਨਿਲਾਮ ਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਕੀਤਾ ਸੀ, ਲਾਟਰੀਆਂ ਰਾਹੀਂ ਕੱਲਾ ਹੀ ਕੀਤਾ ਸੀ। ਪਿਛਲੀ ਵਾਰੀ ਉਹ ਕੀਤਾ ਸੀ। ਉਦੋਂ ਕੀ ਗੱਲ ਹੁੰਦੀ ਸੀਗੀ ਕਿ ਉਦੋਂ ਆਮ ਲੋਕ ਹੈ ਜਿਹੜੇ ਉਹ ਠੇਕੇ ਲੈ ਲੈਂਦੇ ਸੀ। ਫੈਕਟਰੀਆਂ ਦੇ ਮਾਲਕ ਨਹੀਂ ਸੀ ਲੈ ਸਕਦੇ। ਲੇਕਿਨ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਰਕਾਰਾਂ ਦੋਨਾਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਫੈਕਟਰੀਆਂ ਲਾਉਣ ਦੀ ਇਜਾਜ਼ਤ ਮਿਲ ਗਈ। ਉਹ ਠੇਕੇਦਾਰ ਬਣ ਗਏ। ਉਹ ਠੇਕੇਦਾਰ ਉਹ ਦਾਰੂ ਵੀ ਆਪਦੀ ਬਣਾਉਂਦੇ ਵੀ ਆਪ ਅਤੇ ਵੇਚਦੇ ਵੀ, ਦੂਜੀ ਤਾਂ ਵੇਚਣ ਨਹੀਂ ਦਿੰਦੇ। ਸਾਰੇ ਜ਼ਿਲ੍ਹਿਆਂ ਦੇ ਉੱਤੇ ਕਬਜ਼ਾ ਹੋ ਗਿਆ। ਜੋ ਘਟੀਆ ਚੰਗੀ ਮਾੜੀ ਜੋ ਮਰਜ਼ੀ ਹੈ ਵੇਚਣ, ਉਹ ਵਿਕਣੀ ਹੈ। ਆਪਾਂ ਦੇਖਿਆ ਇੱਥੇ ਤੁਹਾਡੇ ਜੈਤੋ ਤਾਂ ਜਿਹੜੀ ਹੈ ਬੌਨੀ ਸਕਾਟ, ਉਹ ਨਾ ਜੀ ਬੌਨੀ ਸਕਾਟ ਨਹੀਂ, ਉਹ ਤੁਹਾਡੀ ਕੀ ਕਹਿੰਦੇ ਆ ਬਲੈਕ ਡੌਗ, ਸਕਾਚ ਹੀ ਨਕਲੀ ਆ ਗਈ ਸੀ। ਬਲੈਕ ਡੌਗ ਤਾਂ ਪਾਉਂਦੇ ਸੀ ਬੌਨੀ ਸਕਾਟ ਪਾਉਂਦੇ। ਬਲੈਕ ਡੌਗ ਵਾਲੀਆਂ ਬੋਤਲਾਂ ਦੇ ਵਿੱਚ ਲੋਕ ਬੋਤਲਾਂ ਦੇਖ ਕੇ ਕਿਹੜਾ ਨੇ ਪੀਤੀ ਹੁੰਦੀ ਹੈ ਬਲੈਕ ਡੌਗ। ਅਗਲਾ ਦੇਖਦਾ ਵੀ ਆਹ ਦੇ ਯਾਰ ਸੋਹਣੀ ਜੀ ਬੋਤਲ ਜਾਂ ਮਹਿੰਗੀ ਬੋਤਲ ਹੈ, ਕੋਈ ਰਿਸ਼ਤਾ ਵਿਆਹਾਂ 'ਚ ਕਹਿ ਦਿੰਦੇ ਉਹਦੀ ਬਲੈਕ ਡੌਗ ਪੀਣੀ ਹੈ। ਹਾਂ, ਕੋਈ ਲਿਆਓ ਚੱਕ ਕੇ ਤੇ ਉਹ ਪਈ ਜਾਂਦੀ ਸੀ। ਹੁਣ ਉਹਨਾਂ ਲੋਕਾਂ ਦੀਆਂ ਆਪਦੀਆਂ ਫੈਕਟਰੀਆਂ, ਉਹਨਾਂ ਫੈਕਟਰੀਆਂ ਦੇ ਵਿੱਚੋਂ ਕਿਹੋ ਜਿਹੀ ਦਾਰੂ ਆਉਂਦੀ ਹੋਊਗੀ? ਜ਼ਿਆਦਾਤਰ ਤੁਸੀਂ ਦੇਖੋ ਵੀ ਜਿੱਥੇ ਨੁਕਸਾਨ ਹੁੰਦਾ ਜ਼ਿੰਦਗੀਆਂ ਦਾ, ਉਹ ਇਹੋ ਜਿਹੀ ਦਾਰੂ ਨਾ ਹੁੰਦੀ ਜੀ। ਅੱਜ ਕੋਈ ਸੱਜਣ ਦੱਸ ਰਹੇ ਸੀਗੇ, ਕਹਿੰਦੇ ਵੀ ਹਰਿਆਣੇ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਸਾਡੇ ਨਾਲ ਹੀ ਲੱਗਦੇ ਆ ਚਟੂਲਾ ਇੱਥੋਂ ਦੇ ਬਾਰਡਰ ਨਾਲ ਜਿਹੜਾ ਲੱਗਦਾ ਇਲਾਕਾ, ਉੱਥੇ ਦੋਨੇ ਕਿਸਮ ਦੀ ਦਾਰੂ ਬਣੀ ਜਾਂਦੀ ਹੈ। ਅੱਛਾ ਜੀ।
ਦੇਸੀ ਵੀ ਤੇ ਵਲੈਤੀ ਵੀ। ਪੰਜਾਬ ਦਾ ਮਾਰਕਾ ਵੀ ਤੇ ਹਰਿਆਣੇ ਦਾ ਮਾਰਕਾ, ਪੰਜਾਬ ਦਾ ਮਾਰਕਾ ਵੀ, ਹਰਿਆਣੇ ਦਾ ਮਾਰਕਾ ਵੀ। ਉਹ ਕਹਿੰਦੇ ਜਿੰਨੀ ਮਰਜ਼ੀ ਹੈ ਲੈ ਜਾਓ, ਜਿਹੜਾ ਮਰਜ਼ੀ ਲਵਾ ਲਓ। ਹਾਂਜੀ, ਉਹ ਬੰਦੇ ਪੁਰਾਣੇ ਚਟਾਲਿਆਂ ਦੇ ਨਾਲ ਸੀ। ਅਕਾਲੀਆਂ ਵੇਲੇ ਵੀ ਉਹਨਾਂ ਦੀ ਤੂਤੀ ਬੋਲਦੀ ਸੀ ਤੇ ਹੁਣ ਵੀ ਤੂਤੀ ਉਹਨਾਂ ਦੀ ਬੋਲਦੀ ਹੈ, ਕਿਉਂਕਿ ਇੱਥੋਂ ਵਾਲੇ ਜਿਹੜੇ ਹੈਗੇ ਆ ਸੱਤਾ 'ਚ ਹਿੱਸੇਦਾਰ, ਉਹਨਾਂ ਨਾਲ ਸੌਦਾ ਪੱਤਾ ਪੰਜਾਬ ਵਾਲਿਆਂ ਨਾਲ ਹੋ ਗਿਆ। ਉਹ ਪੰਜਾਬ ਵਾਲੇ ਕਹਿੰਦੇ ਵੀ ਤੁਸੀਂ ਆਪਦਾ ਵਿਕੀ, ਇਹਦੇ ਤੇ ਬੜੀ ਕਾਟੋ ਕਲੇਸ਼ ਪਿਆ ਹੋਇਆ। ਸਾਡੇ ਵਿੱਤ ਮੰਤਰੀ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਚਾਰਜ ਸੰਭਾਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਤੌਰ ਤੇ ਚਾਰਜ ਸੰਭਾਲਿਆ ਜੀ, ਯਾਦ ਕਰੋ ਤੁਸੀਂ ਉਹਨਾਂ ਦਿਨਾਂ ਦੀਆਂ ਗੱਲਾਂ ਨੂੰ। ਉਦੋਂ ਉਹਨਾਂ ਨੇ ਕਿਹਾ ਸੀ ਜੀ ਵੀ ਕਾਲੀ ਸਰਕਾਰ ਸਾਨੂੰ ਖਜ਼ਾਨਾ ਦੇਗੀ ਖਾਲੀ। ਪਹਿਲੀ ਗੱਲ ਤਾਂ ਇਹ ਹੈ ਕਿ ਖਜ਼ਾਨਾ ਜਿਹੜਾ ਖਾਲੀ ਕਦੇ ਹੁੰਦਾ ਨਹੀਂ ਤੇ ਕਦੇ ਭਰਿਆ ਵੀ ਨਹੀਂ। ਜੇ ਐਡੀ ਕਿਹੜੀ ਸਰਕਾਰ ਪਾਗਲ ਹੈ ਵੀ ਜਿਹੜੀ ਤੁਹਾਨੂੰ ਖਜ਼ਾਨਾ ਭਰ ਕੇ ਦੇ ਦੂਗੀ ਵੀ ਤੁਸੀਂ ਚਲਾਓ। ਹਰ ਸਰਕਾਰ ਜਿਹੜੀ ਕਮਾਈ ਕਰਦੀ ਹੈ ਉਹ ਕਮਾਈ ਆਪਦੀ ਲਾ ਕੇ ਲੋਕਾਂ ਨੂੰ ਕਹਿੰਦੀ ਹੈ ਤੁਹਾਡੇ ਵਾਸਤੇ ਅਸੀਂ ਆਹ ਵਿਕਾਸ ਦੇ ਕੰਮ ਕਰਵਾਤੇ ਜੀ, ਤੇ ਤੁਸੀਂ ਭਾਈ ਸਾਨੂੰ ਅਗਲੀ ਵਾਰੀ ਵੋਟਾਂ ਪਾਓ। ਮੋਰ ਓਵਰ ਜਿਹੜਾ ਖਜ਼ਾਨਾ ਹੈ, ਖਜ਼ਾਨਾ ਸਾਲ ਦਾ ਸਾਲ ਵੀ ਇੰਨੀ ਗੁਰਾਹੀ ਕਰਨੀ ਹੈ ਤੇ ਇੰਨਾ ਖਰਚਾ ਕਰਨਾ, ਇਹ ਸਾਰੀ ਦੀ ਸਾਰੀ ਕਾਰਵਾਈ ਸਾਲੋ ਸਾਲ ਹੁੰਦੀ ਹੈ ਜੀ। ਇਸ ਵਾਸਤੇ ਇੱਥੇ ਤਾਂ ਕੋਈ ਕਮਾਈ ਵਾਲੀ ਗੱਲ ਹੀ ਹੈ ਨਹੀਂ ਕਿ ਜਿਹੜੀ ਵੀ ਪਿਛਲੇ ਛੱਡ ਜਾਣ ਤੁਹਾਨੂੰ ਖਜ਼ਾਨਾ ਦਾ ਭਰ ਕੇ ਜਾਣ। ਤਾਂ ਖਜ਼ਾਨਾ ਦਾ ਤੁਹਾਨੂੰ ਆਪ ਹੀ ਭਰਨਾ ਪੈਂਦਾ। ਆਪ ਤੁਸੀਂ ਦੇਖਣੇ ਕਿ ਖਰਚੇ, ਆਪ ਹੀ ਨਲਕਾ ਗੇੜਨਾ ਪਊ ਤੇ ਆਪ ਹੀ ਪਸ਼ੂ ਨੂੰ ਪਾਣੀ ਪਿਆਉਣਾ। ਖਰਚੇ ਕਿੱਥੋਂ ਘਟਾਉਣੇ ਹੈ ਤੇ ਆਮਦਨ ਕਿਵੇਂ ਵਧਾਉਣੀ ਹੈ। ਜੇ ਹੁਣ ਦੇਖੀਏ ਐਮਐਲਏ ਦੀਆਂ ਤਨਖਾਹਾਂ, ਮੁੱਖ ਮੰਤਰੀਆਂ ਦੀਆਂ ਤਨਖਾਹਾਂ, ਸਾਬਕਾ ਮੁੱਖ ਮੰਤਰੀਆਂ ਦੀਆਂ ਤਨਖਾਹਾਂ, ਉਹਨਾਂ ਦੇ ਰਹਿਣ ਵਾਸਤੇ ਕੋਠੀਆਂ, ਇੰਨਾ ਕੁਛ ਤਾਂ ਉਹਨਾਂ ਨੇ ਦੇ ਛੱਡਿਆ। ਇਹਦੇ ਬਾਰੇ ਸੋਚਦੇ ਕਿਉਂ ਨਹੀਂ ਗਏ ਜੀ? ਤਾਂ ਸਾਡੇ ਵਿੱਤ ਮੰਤਰੀ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਜੀ ਮੈਂ ਚਾਰਜ ਸੰਭਾਲ ਲਿਆ, ਕਾਗਜ਼ ਪੱਤਰ ਲਏ, ਦੇਖ ਆਪਣੇ ਸ਼ਰੀਕਾਂ ਤੇ ਕਟਾਕਸ਼ ਕਰਦੇ ਉਹਨਾਂ ਨੇ ਕਿਹਾ ਸੀ ਜੀ ਉਹ ਸਾਨੂੰ ਦੇ ਗਏ ਖਜ਼ਾਨਾ ਖਾਲੀ ਜੀ, ਲਓ ਜੀ ਸਾਨੂੰ ਦੇ ਦਿਓ ਪੰਜਾਬ ਦੇ ਲੋਕੋ 3 ਸਾਲ। ਅੱਛਾ ਜੀ। ਤੇ 3 ਸਾਲ ਦੇ ਵਿੱਚ ਅਸੀਂ ਖਜ਼ਾਨਾ ਫਿਰ ਪੂਰੀ ਤਰ੍ਹਾਂ ਭਰ ਦਿਆਂਗੇ। 3 ਸਾਲਾਂ 'ਚ ਅਸੀਂ ਖਜ਼ਾਨਾ ਭਰਾਂਗੇ ਤੇ ਅਗਲੇ 2 ਸਾਲ ਜਿਹੜੇ ਹੋਣਗੇ ਫਿਰ ਅਸੀਂ ਵਿਕਾਸ ਦੀ ਨੇਰੀ ਲਿਆ ਦਿਆਂਗੇ। ਤੁਹਾਨੂੰ ਅਸੀਂ ਵਿਕਾਸ ਦੇ ਲਹਿਰਾਂ ਬਹਿਰਾਂ ਕਰ ਦਿਆਂਗੇ। ਲਓ ਜੀ ਸਰਕਾਰ ਦੇ ਹੋ ਗਏ 3 ਸਾਲ ਪੂਰੇ ਜੀ, ਤੇ ਅਗਲੇ 2 ਸਾਲਾਂ ਦਾ ਕੰਮ ਚੜ ਗਿਆ। ਖਜ਼ਾਨਾ ਮੰਤਰੀ ਸਾਹਿਬ ਨੇ 2 ਚੀਜ਼ਾਂ ਕੀਤੀਆਂ ਬਠਿੰਡੇ ਦੇ ਵਿੱਚ। ਰਿੰਗ ਰੋਡ ਬਣ ਜੀ, ਉਹਦਾ ਨੀਂਹ ਪੱਥਰ ਰੱਖਤਾ। ਬੱਸ ਸਟੈਂਡ ਦਾ ਨੀਂਹ ਪੱਥਰ ਰੱਖਤਾ। ਉਹਦਾ ਤਾਂ ਬਾਲੇ ਵਾਰੀ ਰੱਖਿਆ ਗਿਆ। ਉਹ ਜਿੱਥੇ ਪਹਿਲਾਂ ਦੂਜੇ ਸ਼ਰੀਕਾਂ ਨੇ ਰੱਖਿਆ ਸੀ, ਹੁਣ ਇਹਨਾਂ ਨੇ ਰੱਖਤਾ। ਗੱਡੀ ਉੱਥੇ ਦੀ ਉੱਥੇ ਹੀ ਖੜੀ ਹੈ। ਮੈਨੂੰ ਲੱਗਦੀ ਠੇਕੇਦਾਰ ਫਸ ਗਏ ਕਿਉਂਕਿ ਰੀਣੀ ਚੀਣੀ ਉਹ ਆਪਦੇ ਕੋਲੋਂ ਲਾ ਬੈਠੇ। ਉਦੋਂ ਉਹਨਾਂ ਨੂੰ ਪੇਮੈਂਟ ਨਹੀਂ ਹੋਈ। ਅਗਾਂਹ ਕੁਛ ਰੇਲਵੇ ਪੁਲ ਵਗੈਰਾ ਬਣਾਉਣੇ, ਪਰਨਾਲਾ ਜਿੱਥੇ ਸੀ ਉੱਥੇ ਦਾ ਹੀ ਉੱਥੇ ਰਹਿ ਗਿਆ ਜੀ। ਸੋ ਹੁਣ ਜਿਹੜੀ ਹੈਗੀ ਹੈ ਖਜ਼ਾਨੇ ਨੂੰ ਭਰਨ ਵਾਲੀ ਗੱਲ ਤਾਂ ਹੋ ਗਈ ਪਾਸੇ। ਹੁਣ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਤੇ ਉੱਥੇ ਚੀਫ ਸੈਕਟਰੀ ਨੇ ਆ ਕੇ ਨਾਲ ਐਕਸਾਈਜ਼ ਡਿਪਾਰਟਮੈਂਟ ਦੇ ਅਫਸਰਾਂ ਨੇ ਲਿਆ ਕੇ ਇੱਕ ਚਿੱਠਾ ਰੱਖਤਾ 40 ਪੇਜਾਂ ਦਾ ਕਿ ਜੀ ਆਹ ਨਵੀਂ ਐਕਸਾਈਜ਼ ਪਾਲਿਸੀ ਹੋਊ। ਇਹ ਕਹਿੰਦੇ ਜੀ, ਮੰਤਰੀ ਕਹਿੰਦੇ ਜੀ ਅਸੀਂ ਤਾਂ ਇਹਦੇ ਨਾਲ ਸਹਿਮਤ ਨਹੀਂ ਹੋ ਸਕਦੇ ਕਿਉਂਕਿ ਅਸੀਂ ਪੜ੍ਹੇ ਹੀ ਨਹੀਂ ਹਾਲੇ ਜੀ, ਸਾਨੂੰ ਪੜ੍ਹਨ ਵਾਸਤੇ ਮੌਕਾ ਚਾਹੀਦਾ। ਮੁੱਖ ਮੰਤਰੀ ਕਹਿੰਦਾ ਜੀ ਬਿਲਕੁਲ ਇਹਨਾਂ ਨੂੰ ਪੜ੍ਹਨ ਵਾਸਤੇ ਮੌਕਾ ਚਾਹੀਦਾ, ਇਹਨਾਂ ਨੂੰ ਦਿਓ ਟਾਈਮ ਜੀ। ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਅੱਜ ਦੀ ਬਜਾਏ ਪਰਸੋਂ ਮੀਟਿੰਗ ਕਰਾਂਗੇ। ਜਿਹੜੀ ਆ ਪਰਸੋਂ ਹੋਣੀ ਸੀ ਜੀ, ਸ਼ਨੀਵਾਰ ਨੂੰ ਹੋਣੀ ਸੀਗੀ। ਹਾਂ ਵੀ ਆਪਾਂ ਮੀਟਿੰਗ ਉਦੋਂ ਕਰਾਂਗੇ ਤੇ ਉਦੋਂ ਤੱਕ ਤੁਸੀਂ ਪੜ੍ਹ ਲਿਓ ਜੀ। ਸ਼ਨੀਵਾਰ ਨੂੰ ਜਦੋਂ ਮੀਟਿੰਗ ਦਾ ਸਮਾਂ ਤੈਅ ਹੋਇਆ ਤਾਂ ਉੱਥੇ ਪੰਜਾਬ ਭਵਨ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਸੀ। ਮੀਟਿੰਗ ਵਗੈਰਾ ਹੋ ਰਹੀ ਸੀ, ਹੋਣੀ ਸੀ ਮੀਟਿੰਗ। ਰੋਟੀ ਪਾਣੀ ਖਾਣ ਦਾ ਪ੍ਰਬੰਧ ਕੀਤਾ ਹੋਇਆ ਸੀ, ਲੰਗਰ ਵੀ ਇੱਥੇ ਛਕਣੇ, ਸਰਕਾਰੀ ਖਜ਼ਾਨੇ 'ਚ ਹੀ ਹੁੰਦਾ ਉਹ ਵੀ। ਲਓ ਜੀ, ਮੁੱਖ ਮੰਤਰੀ ਦੀ ਤਾਂ ਉਮਰ ਹੈ 78 ਵਰੇ। ਉਹ ਸੁਚੇਤ ਬਹੁਤ ਆਪਣੀ ਸਿਹਤ ਨੂੰ ਲੈ ਕੇ, ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਇੰਨੀ ਉਮਰ ਕਿਸੇ ਨੇ ਲਈ ਨਹੀਂ ਕਦੇ। ਸਾਰੇ ਰਾਜੇ ਜਿਹੜੇ ਹੈਗੇ ਇਦੋਂ ਪਹਿਲਾਂ ਵਾਲੇ ਉਹ ਬਹੁਤ ਛੋਟੀ ਉਮਰ 'ਚ ਚੱਲਦੇ ਰਹੇ। ਸੋ ਮੁੱਖ ਮੰਤਰੀ ਨੇ ਕਹਿਤਾ ਵੀ ਯਾਰ ਮੈਂ ਤਾਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰੂੰਗਾ। ਪ੍ਰਧਾਨ ਮੰਤਰੀ ਵੀ ਅੱਜ ਕੱਲ੍ਹ ਇਹੀ ਕਰਦੇ। ਠੀਕ ਹੈ ਜੀ। ਮੰਤਰੀ ਸਾਹਿਬਾਨ ਪਹਿਲਾਂ ਪਹੁੰਚ ਗਏ ਤੇ ਚੀਫ ਸੈਕਟਰੀ ਵੀ ਆਪਦੇ ਘਰੇ ਬਹਿ ਗਏ, ਦਫ਼ਤਰ ਬਹਿ ਗਏ। ਜਦੋਂ ਗੱਲ ਸ਼ੁਰੂ ਹੋਣ ਲੱਗੀ ਚੀਫ ਸੈਕਟਰੀ ਵੀ ਆ ਗਏ ਉਹਦੇ ਤੇ ਵੀਡੀਓ ਤੇ ਇਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਵੀ ਭਾਈ ਤੂੰ ਕਿਉਂ, ਗਲਤ ਗੱਲ ਸੀ, ਚੀਫ ਸੈਕਟਰੀ ਦੀ ਨਹੀਂ ਹੋਣੀ ਚਾਹੀਦੀ ਸੀ ਜੀ। ਕਿਉਂਕਿ ਜੇ ਵਜ਼ੀਰ ਇਕੱਠੇ ਹੋ ਕੇ ਬੈਠ ਸਕਦੇ ਤਾਂ ਚੀਫ ਸੈਕਟਰੀ ਵੀ ਹਾਲੇ ਤੱਕ ਤਾਂ 60 ਸਾਲਾਂ ਤੋਂ ਘੱਟ ਹੈ। ਹਾਂਜੀ। ਤੇ ਕਈ ਵਜ਼ੀਰ ਇਹੋ ਜਿਹੇ ਹੈਗੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਵੀ। ਕਹਿੰਦੇ ਜੀ ਇਹ ਗੱਲ ਤੁਸੀਂ ਜਿਹੜੇ ਹੈਗੇ, ਕਿਉਂਕਿ ਇੱਕ ਐਮਐਲਏ ਦਾ ਸਟੇਟਸ ਹੈ ਜਿਹੜਾ ਚੀਫ ਸੈਕਟਰੀ ਤੋਂ ਅਬਵ ਹੈ ਤੇ ਮੰਤਰੀਆਂ ਦਾ ਤਾਂ ਨੈਚੁਰਲੀ ਹੋਣਾ ਹੀ ਹੋਣਾ ਸੀ ਕਿ ਅਸੀਂ ਇੱਥੇ ਬੈਠੇ ਹਾਂ ਭਾਈ ਤੂੰ ਆਪਦੇ ਘਰੇ ਕਿਵੇਂ ਬੈਠੇ। ਉਹਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਭੱਜਿਆ ਆਇਆ, ਕਹਿੰਦਾ ਲਓ ਜੀ ਮੈਂ ਆ ਗਿਆ। ਆਉਂਦੇ ਨੂੰ ਮੀਟਿੰਗ ਫੇਰ ਕਰੀ ਜਾਂਦੇ ਸੀ ਮੰਤਰੀ। ਉੱਥੇ ਆ ਕੇ ਉਹ ਕਹਿੰਦੇ ਹਾਂ ਦੱਸ। ਉਹ ਕਹਿੰਦਾ ਜੀ ਆਹ ਗੱਲ ਉਹ ਦੱਸਣ ਲੱਗਾ ਗੱਲ, ਕਹਿੰਦੇ ਅਸੀਂ ਨਹੀਂ ਉਹ ਸਹਿਮਤ ਭਾਈ, ਇਸ ਤਰ੍ਹਾਂ ਚੱਲਦਾ ਚੱਕ ਆਪਦਾ ਤੂੰ ਇੱਥੋਂ ਟਿੰਡ ਫੋੜੀ। ਅਸੀਂ ਤਾਂ ਚੱਲੇ ਹਾਂ ਜੀ, ਪਹਿਲਾਂ ਮਨਪ੍ਰੀਤ ਤੁਰ ਪਿਆ, ਮਗਰੇ ਚਰਨਜੀਤ ਚੰਨੀ ਤੁਰ ਪਿਆ, ਮਗਰੇ ਬਰ ਮਹਿੰਦਰਾ ਤੁਰ ਪਿਆ, ਫਿਰ ਸੁੱਕੀ ਰੰਧਾਵਾ,
ਸਾਰੇ ਇਕੱਲੇ ਇਕੱਲੇ ਕਰਕੇ ਤੁਰ ਗਏ, ਤੇ ਜਵਾਕਾਂ ਵਾਲੀ ਖੇਡ, ਮੈਂ ਤਾਂ ਨਹੀਂ ਰੋਟੀ ਖਾਂਦਾ, ਰੋਟੀ ਵੀ ਉੱਥੇ ਛੱਡ ਕੇ। ਹੁਣ ਸਵਾਲ ਇਹ ਹੈ ਕਿ ਤੁਹਾਡੀ ਇੱਕ ਸੰਵਿਧਾਨਕ ਜ਼ਿੰਮੇਵਾਰੀ ਹੈ, ਤੁਸੀਂ ਜਿਹੜੀ ਹੈਗੀ ਹੈ 3 ਸਾਲਾਂ ਤੋਂ ਇਹ ਸਾਰਾ ਕੁਝ ਦੇਖਦੇ ਆ ਰਹੇ ਜੀ। ਮੁੱਖ ਮੰਤਰੀ ਦੀ ਗਲਤੀ ਹੈ ਕਿ ਉਹਨੇ ਪਾਵਰਾਂ ਇੰਨੀਆਂ ਅਫਸਰਾਂ ਨੂੰ ਕਿਉਂ ਦਿੱਤੀਆਂ, ਤੁਹਾਡੀ ਗਲਤੀ ਹੈ ਤੁਸੀਂ ਬਰਦਾਸ਼ਤ ਕਿਉਂ ਕੀਤਾ। ਦੂਜੀ ਗੱਲ ਹੈ ਕਿ ਤੁਸੀਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਓ। ਤੁਹਾਡੇ ਕਿੰਨੇ ਵਜ਼ੀਰ, ਤੁਹਾਡੇ ਕਿੰਨੇ ਜਿਹੜੇ ਹੈਗੇ ਕੁਲੀਗ ਹੈ, ਉਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਵਾਈ ਜਾਂਦੀ ਹੈ। ਕਿੰਨੇ ਲੋਕ ਤੁਹਾਡੇ ਨਜਾਇਜ਼ ਮਾਈਨਿੰਗ ਕਰਵਾਈ ਜਾਂਦੀ ਹੈ। ਜੇ ਕੋਈ ਅਫਸਰ, ਕਈ ਵਾਰੀ ਵੀ ਮੁੱਖ ਮੰਤਰੀ ਸਾਹਿਬ ਦਾ ਹੁਕਮ ਆ ਗਿਆ ਆਪਾਂ ਮਾਈਨਿੰਗ ਬੰਦ ਕਰਾਉਣੀ ਹੈ, ਤੇ 10 ਦਿਨਾਂ ਬਾਅਦ ਹੀ ਉਹਦੇ ਖਿਲਾਫ ਰੌਲਾ ਪਾ ਕੇ ਵੀ ਇਹ ਤਾਂ ਜੀ ਕਾਲੀ ਹੈ, ਉਹਦੀ ਬਦਲੀ ਕਰਵਾ ਦਿੰਦੇ ਜੀ। ਲੇਕਿਨ ਜਿਹੜੇ ਕਾਲੀਆਂ ਵੇਲੇ ਦੇ ਮੰਤਰੀ ਆ, ਉਹ ਸਾਰਿਆਂ ਦੇ ਜ਼ਿਲ੍ਹਿਆਂ 'ਚ ਲੱਗੇ ਹੋਏ ਅਫਸਰ ਆ ਜਿਹੜੇ ਉਹਨਾਂ ਨੂੰ ਆਪ ਲੈ ਕੇ ਆਉਂਦੇ। ਕਾਲੀਆਂ ਵੇਲੇ ਜਿਨ੍ਹਾਂ ਨੇ ਕਾਂਗਰਸ ਦੀ ਮੁਖਾਲਫਤ ਕੀਤੀ ਆ, ਉਹ ਸਾਰੇ ਸਾਰੇ ਜ਼ਿਲ੍ਹਿਆਂ 'ਚ ਬੈਠੇ। ਜਿਨ੍ਹਾਂ ਨੇ ਕਮਾਈਆਂ ਕਰਕੇ ਕਮਾਈਆਂ ਕਰਵਾਈਆਂ, ਉਹ ਦੂਜੇ ਪਾਸੇ ਬੈਠੇ। ਪੰਜਾਬ ਦਾ ਹੈਲਥ ਸੈਕਟਰੀ ਹੈ ਜਿਹੜਾ, ਹੈਲਥ ਮੰਤਰੀ ਤਾਂ ਉਹ ਤਾਂ ਪਤਾ ਹੀ ਹੈ, ਹੈਲਥ ਸੈਕਟਰੀ ਜਿਹੜਾ ਉਹ ਵੀ ਇਹਨਾਂ ਦਾ ਪੁਰਾਣਾ ਮਨਮੀਤ ਸਿੰਘ ਸਿੱਧੂ, ਉਹ ਤਾਂ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਸੀਗਾ ਸੁਖਬੀਰ ਸਿੰਘ ਬਾਦਲ ਦਾ। ਬੀਬੀ ਸੁਰਿੰਦਰ ਕੌਰ ਬਾਦਲ ਜਦੋਂ ਬਿਮਾਰ ਹੋਈ ਹੈ, ਉਹਦੀ ਜਿਹੜਾ ਦੇਖ ਰੇਖ ਅਮਰੀਕਾ 'ਚ ਕਰਦਾ ਹੀ ਉਹ ਸੀ, ਉਹ ਵੀ ਉਸ ਥਾਂ ਦੇ ਉੱਤੇ ਲਾਏ। ਭਾਈ ਸਾਰਾ ਕੁਝ ਇੰਨੇ ਚਿਰ ਦਾ ਲੱਗਿਆ ਵਾ, ਤੇ ਤੁਸੀਂ ਪਹਿਲਾਂ ਕਿਉਂ ਨਹੀਂ ਦੇਖਿਆ? 3 ਸਾਲ ਤੁਸੀਂ ਕਿਉਂ ਬੈਠੇ ਉਡੀਕੀ ਗਏ ਜੀ? ਇਹਦੇ 'ਚ ਗੱਲ ਹੈ ਵੀ ਇਸ ਹਮਾਮ ਦੇ ਵਿੱਚ ਸਾਰੇ ਨੰਗੇ, ਤੇ ਬਚ ਕੋਈ ਨਹੀਂ ਸਕਦਾ। ਅੱਛਾ, ਹੁਣ ਰੌਲਾ ਪਾ ਲਿਆ। ਅੱਜ ਕਹਿੰਦੇ ਜੀ ਫਿਰ ਕੈਬਨਿਟ ਦੀ ਮੀਟਿੰਗ ਫਿਰ ਹੋਈ, ਫਿਰ ਜਵਾਕਾਂ ਨੂੰ ਕਹਿੰਦੇ ਇੱਕ ਰੈਜੂਲੇਸ਼ਨ ਪਾਸ ਕਰਤਾ ਜੀ, ਅਸੀਂ ਤਾਂ ਨਹੀਂ ਜਾਂਦੇ। ਜਿਹੜੀ ਮੀਟਿੰਗ ਦੇ ਵਿੱਚ ਕਰਨ ਅਵਤਾਰ ਚੀਫ ਸੈਕਟਰੀ ਬੈਠੂਗਾ, ਅਸੀਂ ਨਹੀਂ ਬੈਠਦੇ। ਮੁੱਖ ਮੰਤਰੀ ਕਹਿੰਦਾ ਤੁਸੀਂ ਐਂ ਕਰੋ ਵੀ ਆਪਦਾ ਰਿਕਾਰਡ ਕਰਾ ਦਿਓ। ਰਿਕਾਰਡ ਕਰਾਤਾ ਜੀ, ਅਸੀਂ ਨਹੀਂ ਬਹਿੰਦੇ ਜੀ, ਨਾ ਬੈਠੋ। ਉਹਨਾਂ ਨੇ ਜਿਹੜਾ ਨੰਬਰ 2 ਹੈ ਗ੍ਰਹਿ ਸਕੱਤਰ ਸਤੀਸ਼ ਚੰਦਰਾ, ਉਹ ਵੀ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਆ, ਉਹਨੂੰ ਭੇਜਤਾ। ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਗੱਲ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿੱਥੋਂ ਲੜਾਈ ਸ਼ੁਰੂ ਹੋਈ ਸੀ ਜੀ, ਗੱਲ ਉੱਥੇ ਹੀ ਖਤਮ ਹੋ ਗਈ। ਉਹ ਲੜਾਈ ਸ਼ੁਰੂ ਇਸ ਗੱਲ ਦੇ ਉੱਤੇ ਹੋਈ ਸੀਗੀ ਕਿ ਕੀ ਸ਼ਰਾਬ ਦੀ ਨਵੀਂ ਪਾਲਿਸੀ ਬਣਾਉਣੀ ਹੈ ਜਿਹੜੀ, ਇਹਦੇ ਤੇ ਕੋਈ ਵਿਚਾਰ ਹੋਵੇ ਕਿ ਨਾ ਹੋਵੇ, ਵਿਚਾਰ ਕਿਹੋ ਜਿਹਾ ਕਰਨਾ। ਤੇ ਅੱਜ ਸਿੱਧਾ ਹੀ ਕਹਿੰਦਾ, ਲਓ ਜੀ ਮੁੱਖ ਮੰਤਰੀ ਸਾਹਿਬ, ਤੁਸੀਂ ਕਰ ਲਓ, ਅਸੀਂ ਤੁਹਾਡੇ ਤਾਬਿਆਦਾਰ ਹਾਂ, ਤੁਸੀਂ ਫੈਸਲਾ ਕਰਨਾ। ਮੋਤੀਆਂ ਵਾਲੀ ਸਰਕਾਰੇ ਜੋ ਮਰਜ਼ੀ ਫੈਸਲਾ ਕਰ ਹੋ ਗਿਆ, ਫਿਰ ਸੈਕਟਰੀਆਂ ਨੇ ਕਰ ਦੇਣਾ। ਹਾਂ, ਲਓ ਜੀ ਤੁਸੀਂ ਸਾਰਾ ਕੁਝ ਕਰ ਲਓ, ਤੇ ਸਾਡੀ ਤਾਂ ਜੀ ਇਹਦੇ ਨਾਲ ਅੜੀ ਐ, ਅਸੀਂ ਤਾਂ ਕਰਨ ਅਵਤਾਰ ਜੀ ਮੀਟਿੰਗ 'ਚ ਆਊਗਾ, ਅਸੀਂ ਤਾਂ ਨਹੀਂ ਆਉਂਦੇ। ਉਹ ਭਲੇ ਮਾਨਸੋ, ਜੇ ਤੁਸੀਂ ਬਦਲਾ ਨਹੀਂ ਸਕਦੇ ਫਿਰ ਅਸਤੀਫੇ ਆਪ ਦੇ ਦਿਓ। ਬਿੱਟੂ ਨੇ ਠੀਕ ਗੱਲ ਕਹੀ ਹੈ ਵੀ ਤੁਸੀਂ, ਬਿੱਟੂ ਕਹਿੰਦਾ ਵੀ ਜੇ ਭਾਈ ਤੁਸੀਂ ਮਤਲਬ ਉਹਨੂੰ ਨਹੀਂ ਬਦਲਾ ਸਕਦੇ ਚੀਫ ਸੈਕਟਰੀ ਨੂੰ, ਤੇ ਅਸਤੀਫੇ ਦੇ ਦਿਓ। ਕਾਬਲ ਬੰਦੇ ਹੋਰ ਬਥੇਰੇ ਹੈਗੇ, ਜਿਹੜੇ ਬੰਦੇ ਖੜੇ ਹਨ, ਤੁਹਾਨੂੰ ਸੁੱਖ ਕੇ ਦਿੱਤਾ ਵੀ ਤੁਸੀਂ ਬੈਠੇ ਰਹੋ। ਨਵੇਂ ਤਿਆਰ ਬੈਠੇ ਆ, ਵਿਚਾਰਾ ਹੁਣ ਰਾਜਾ ਬੜਿੰਗ ਵੀ ਪਰਚੇ ਵੰਡੀ ਜਾਂਦਾ, ਡੰਡ ਬੈਠਕਾ ਕੱਢੀ ਜਾਂਦਾ ਵੀ ਸੀਟ ਖਾਲੀ ਕਰੋ ਭਾਈ, ਮੈਂ ਵੀ ਹੈਗਾ, ਤੁਸੀਂ ਖਾਲੀ ਕਰੋ। ਨੌਜਵਾਨ ਮੁੰਡੇ ਫਿਰ ਕੰਮ ਉਹ ਕਰਨ, ਉਹ ਦਬਲਣਗੇ ਵੀ ਅਫਸਰਾਂ ਨੂੰ। ਉਹਨੇ ਤਾਂ ਕਹਿੰਦਾ ਵੀ ਜਿਹਨੂੰ ਚੀਫ ਸੈਕਟਰੀ ਲਾਇਆ, ਮੈਂ ਤਾਂ ਇਹਨੂੰ ਤਹਿਸੀਲਦਾਰ ਵੀ ਨਹੀਂ ਲਾਉਂਦਾ ਸੀ ਜੇ ਮੇਰੇ ਕੋਲ ਪਾਵਰ ਹੁੰਦੀ। ਫਿਰ ਭਾਈ ਪਾਵਰ ਉਹਨੂੰ ਦੇ ਦਿਓ ਜੇ ਤੁਸੀਂ ਨਹੀਂ ਕੁਛ ਕਰ ਸਕਦੇ। ਲੜਾਈ ਜਿੱਥੇ ਸ਼ੁਰੂ ਹੋਈ ਸੀ, ਲੜਾਈ ਉੱਥੇ ਹੀ ਹੈ। ਉਹ ਦਾਰੂ ਦਾ ਕੀ ਹੋਊਗਾ ਜਿਹੜੀ ਵਿਕ ਵੀ ਗਈ, ਜਿਹੜੀ ਵਿਕ ਰਹੀ ਹੈ, ਜਿਹੜੀ ਵਿਕੂਗੀ, ਜਿਹਦੇ ਵਿੱਚ ਲੁੱਟਮਾਰ ਹੋ ਰਹੀ ਹੈ, ਉਹ ਤਾਂ ਉਵੇਂ ਚੱਲੀ ਜਾਂਦਾ ਕੰਮ। ਉਹਦੇ 'ਚ ਤਾਂ ਸੁਧਾਰ ਕੋਈ ਨਹੀਂ ਨਾ। ਸਰਕਾਰ ਦਾ ਖਜ਼ਾਨਾ ਫੇਰ ਖਾਲੀ ਤਾਂ ਖਾਲੀ ਫੇਰ ਰਹਿਣਾ। ਫਿਰ ਕੀ ਹੈ ਉਹ? ਚਲੋ, ਇਹ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ ਵੀ ਉਹ ਚੀਫ ਸੈਕਟਰੀ ਨੂੰ ਬਦਲੇ ਨਾ ਬਦਲੇ, ਕੋਈ ਕੰਮ ਉਹਨੇ ਲੈਣਾ। ਤੇ ਜੇ ਨਾ ਵੀ ਚਲੋ ਤੁਸੀਂ ਨਾ ਆਓਗੇ, ਤੇ ਉੱਥੇ ਕਰਨ ਅਵਤਾਰ ਨਾ ਬੈਠੂਗਾ, ਉੱਥੇ ਬਹਿ ਜਾਊਗਾ ਸਤੀਸ਼ ਚੰਦਰਾ, ਬਹਿ ਜਾਊਗਾ। ਮੋਰ ਓਵਰ ਜੇ ਕੱਲ ਨੂੰ ਮੁੱਖ ਮੰਤਰੀ ਬਦਲ ਵੀ ਦੇਊਗਾ ਵੀ ਚੱਲ ਠੀਕ ਆ ਭਾਈ ਤੂੰ ਜਾਂਦਾ ਰਹਿ, ਤਾਂ ਵੈਸੇ ਅਗਸਤ 'ਚ ਰਿਟਾਇਰ ਹੋ ਜਾਣੇ, ਤੇ ਫਿਰ ਆਊਗਾ ਤਾਂ ਕੋਈ ਉਹਦਾ ਭਾਈਬੰਦੀ। ਤੁਸੀਂ ਸਿਸਟਮ ਦੇ ਵਿੱਚ ਤਬਦੀਲੀ ਕਰੋ। ਮੈਂ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ ਕਿ ਜਦੋਂ ਸ਼ੁਰੂ 'ਚ ਸਰਕਾਰ ਬਣੀ ਹੈ, ਨਵਜੋਤ ਸਿੱਧੂ ਨੂੰ ਉਦੋਂ ਕਿਹਾ ਸੀ ਜੀ ਤੁਸੀਂ 2 ਚੀਜ਼ਾਂ ਕਰੋ, ਇੱਕ ਤਾਂ ਨਜਾਇਜ਼ ਮਾਈਨਿੰਗ ਹਟਾਓ ਜੀ, ਇਹਦੇ ਬਾਰੇ ਸੋਚੋ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਇੱਕ ਆਪਾਂ ਨੂੰ ਜੀ ਸ਼ਰਾਬ ਬਾਰੇ ਸੋਚਣਾ ਚਾਹੀਦਾ ਵੀ ਕੀ ਕਰਨਾ। ਕੇਵਲ ਮਾਫੀਆ ਬਾਰੇ ਵੀ ਉਹ ਵਿਚਾਰਾ ਪਿੱਟ ਕੇ ਮਰ ਗਿਆ, ਕਿਸੇ ਨੇ ਇਹਦੀ ਗੱਲ ਨਹੀਂ ਸੁਣੀ। ਉਦੋਂ ਕੋਈ ਮੰਤਰੀ ਉਹਦੇ ਨਾਲ ਨਹੀਂ ਖੜਿਆ ਜੀ। ਸ਼ਰਾਬ ਬਾਰੇ ਉਹ ਬੰਦਾ ਤਾਮਿਲਨਾਡੂ ਵਾਲੀ ਪਾਲਿਸੀ ਲੈ ਕੇ ਆਇਆ। ਢਿੱਲੋਂ ਸਾਹਿਬ ਨੇ ਬਹੁਤ ਕੰਮ ਕੀਤਾ। ਤਾਮਿਲਨਾਡੂ ਦੀ ਪਾਲਿਸੀ, ਮਾਈਨਿੰਗ ਦੇ ਉੱਤੇ ਵੀ ਉਹ ਉਧਰ ਦੀ ਸਾਊਥ ਦੀ ਪਾਲਿਸੀ, ਤ੍ਰਿਪੁਰਾ ਦੀ ਪਾਲਿਸੀ ਲੈ ਕੇ ਆਇਆ। ਉਹ ਲੈ ਕੇ ਆਇਆ ਸੀ, ਉਹ ਤੁਹਾਡੀ ਲੈ ਵੀ ਆਹ ਪਾਲਿਸੀ ਜੀ ਤੁਸੀਂ ਇਹਦੇ 'ਚ। ਉਦੋਂ ਤੇ ਕੋਈ ਨਾਲ ਨਹੀਂ ਖੜਿਆ। ਉਦੋਂ ਤੁਸੀਂ ਆਪਦੇ ਕੁਲੀਗ ਦੇ ਨਾਲ ਕਿਉਂ ਨਹੀਂ ਖੜਿਆ ਜਿਹਨੇ ਸਹੀ ਗੱਲ ਕੀਤੀ ਸੀ, ਜਿਹਨੇ ਮਿਹਨਤ ਕਰਕੇ ਸਾਰਾ ਕੁਝ ਲੈ ਲਓ ਜੀ, ਆਹ ਮੈਂ ਤੁਹਾਡੇ ਕੋਲੇ ਜਿਹੜਾ ਹੈਗਾ ਰੋਡ ਮੈਪ ਰੱਖਤਾ, ਇਹਦੇ ਤੇ ਕੰਮ ਕਰੋ। ਪਰ ਕਰਨ ਨਹੀਂ ਜੀ। ਗੱਲ ਤਾਂ ਇਹ ਹੈ ਕਿ ਸਾਨੂੰ ਉਹ ਇਸ ਗੱਲ ਦੇ ਉੱਤੇ ਪਈ ਹੈ ਕਿ ਵੰਡੀਆਂ ਪਾਲੋ ਜੀ,
ਕੱਲੇ ਅਫਸਰ ਕਿਉਂ ਖਾਂਦੇ, ਅਸੀਂ ਖਾਣੀ ਹੈ। ਕੁੱਲ ਜਿਹਦੀਆਂ ਮਿਲਾ ਕੇ ਸਿੱਟੋ ਤਾਂ ਜਿਹਦੇ ਹੱਥ ਤੇ ਐ ਪੁੱਠੀਆਂ ਆ ਗਈਆਂ ਹਾਂ, ਬਾਕੀ। ਜਿਹੜੇ ਹੁਣ ਮੁੱਖ ਮੰਤਰੀ ਦੇ ਅਹਿਲਕਾਰ ਆ ਉਧਰ ਉਹ ਲੱਗੇ ਪਏ। ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਆਪ ਕਰਦਾ, ਪਰ ਗੱਲ ਹੈ ਜੇ ਆਪ ਤਾਂ ਨਹੀਂ ਕਰਦਾ, ਜੇ ਉਹਦੇ ਥੱਲੇ ਹੋਈ ਜਾਂਦਾ ਜ਼ਿੰਮੇਵਾਰੀ ਤਾਂ ਉਹਦੀ ਉਹਦੇ ਤੇ ਵੀ ਆਉਂਦੀ, ਜੇ ਵਜ਼ੀਰ ਕਰੀ ਜਾਂਦੇ ਉਹਦੇ ਤੇ ਆਉਂਦੀ। ਜੀ ਜੀ ਜੀ। ਮੇਰੀ ਇੱਕ ਨਾਲ ਦੀ ਨਾਲ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਜਿਹੜੇ ਕਈ ਵੀਰ ਰੇਡੀਓ ਪੰਜਾਬ ਟੂਡੇ ਦੇ ਕਲਿੱਪਸ ਕੱਟ ਕੇ ਪਾ ਦਿੰਦੇ ਨੇ, ਕਿਰਪਾ ਕਰਕੇ ਥੋੜਾ ਜਿਹਾ ਰੇਡੀਓ ਪੰਜਾਬ ਟੂਡੇ ਨੂੰ ਕ੍ਰੈਡਿਟ ਦੇ ਦਿਆ ਕਰੋ। ਨਾ ਤਾਂ ਸੁਣਨ ਵਾਲੇ ਨੂੰ ਇਹ ਪਤਾ ਲੱਗਦਾ ਵੀ ਗੱਲ ਕਿਹਦੇ ਨਾਲ ਹੋ ਰਹੀ ਹੈ, ਨਾ ਗੱਲਬਾਤ ਕੌਣ ਕਰ ਰਿਹਾ ਉਹ ਪਤਾ ਲੱਗਦਾ। ਘੱਟੋ ਘੱਟ ਜਿਹੜਾ ਅਸੀਂ ਇੱਕ ਦੂਜੇ ਦਾ ਨਾਂ ਲੈਂਦੇ ਹਾਂ, ਕਿਰਪਾ ਕਰਕੇ ਉਹਨਾਂ ਕੰਮ ਕਰਦਿਆ ਕਰੋ। ਬਾਕੀ YouTube ਦਾ ਚੈਨਲ ਸਾਡਾ ਹੈਗਾ, ਉਹਦੇ ਤੇ ਉਹਦਾ ਲਿੰਕ ਸ਼ੇਅਰ ਕਰ ਦਿਆ ਕਰੋ। ਥੋੜ੍ਹਾ ਜਿਹਾ ਪਤਾ ਲੱਗ ਜਾਂਦਾ, ਕ੍ਰੈਡੀਬਿਲਿਟੀ ਬਣੀ ਰਹਿੰਦੀ ਹੈ ਗੱਲ ਦੀ। ਹੁਣ ਵੀ ਡਾਕਟਰ ਸ਼ਿੰਦਰ ਕੌਰ ਵਾਲਾ ਤੁਹਾਡਾ ਵੀਡੀਓ ਲੱਖਾਂ ਆਪਾਂ ਕਹਿ ਸਕਦੇ ਹਾਂ ਦੇ ਵਿੱਚ ਸ਼ੇਅਰ ਹੋ ਗਿਆ, ਪਰ ਇਹ ਨਹੀਂ ਪਤਾ ਲੱਗ ਰਿਹਾ ਵੀ ਡਾਕਟਰ ਸ਼ਿੰਦਰ ਕੌਰ ਗੱਲ ਕਰ ਰਿਹਾ ਕਿ ਉਹਨਾਂ ਨਾਲ ਮੈਂ ਗੱਲ ਕਰ ਰਿਹਾ, ਕੌਣ ਬੰਦਾ ਗੱਲ ਕਰ ਰਿਹਾ। ਸੋ ਇੰਨੀ ਕੁ ਕਿਰਪਾ ਕਰਕੇ ਜਿਹੜਾ ਪੱਤਰਕਾਰਤਾ ਦੇ ਉੱਤੇ ਤਸ਼ੱਦਦ ਜਿਹੜਾ ਉਹ ਤੁਸੀਂ ਬੰਦ ਕਰੋ। ਤਸ਼ੱਦਦ ਵਾਲੀ ਗੱਲ ਆ ਗਈ, ਚਲੋ ਹੁਣ ਮੈਂ ਵੀ ਗੱਲ ਕਰ ਹੀ ਲਵਾਂ ਜੀ। ਜਦੋਂ ਮੈਂ ਕੈਨੇਡਾ ਗਿਆ ਸੀ ਤੇ ਉਦੋਂ ਮੇਰੇ ਤੇ ਬਹੁਤ ਸਾਰੇ ਕੁਝ ਸੱਜਣਾ ਨੇ ਮਿਹਰਬਾਨੀ ਕੀਤੀ, ਬੜੇ ਮੇਰੇ ਤੇ ਇਲਜ਼ਾਮਤ ਕੀਤੇ ਹਨ ਜੀ ਬਈ ਜੀ ਇਹ ਤਾਂ ਸੁਮੈਧ ਸਿੰਘ ਸੈਣੀ ਦਾ ਖਾਸ ਬੰਦਾ ਹੈ। ਕਈਆਂ ਨੇ ਇਹ ਇਲਜ਼ਾਮ ਲਾਤੇ ਜੀ ਇਹ ਤਾਂ ਬਾਦਲਾਂ ਦਾ ਖਾਸ ਬੰਦਾ ਹੈ। ਲਓ ਜੀ, ਗੱਲ ਇਹ ਹੈ, ਕਿਸੇ ਨੇ ਇਹ ਕਹਿਤਾ ਹੋਣਾ ਵੀ ਇਹ ਕੈਪਟਨ ਦਾ ਖਾਸ ਬੰਦਾ ਹੈ। ਅਸੀਂ ਕਿਸੇ ਬੰਦੇ ਨੂੰ ਸਪੇਅਰ ਨਹੀਂ ਕਰਦੇ ਜੀ। ਇਤਿਹਾਸ ਪਿੱਛੇ ਆਪਣੇ ਪਏ ਆ, ਵੀਡੀਓ ਪਏ ਨੇ YouTube ਦੇ ਉੱਤੇ ਪਏ ਆ, ਸਾਰੇ ਪਏ ਆ। ਅਸੀਂ ਕਿਸੇ ਬੰਦੇ ਨੂੰ ਮਾਫ ਨਹੀਂ ਕਰਨੇ, ਸਾਡਾ ਕੰਮ ਹੈ ਕੁਐਸਚਨਿੰਗ ਕਰਨਾ ਜੀ। ਜੇ ਮੌਜੂਦਾ ਸਰਕਾਰ ਹੈ, ਜਦੋਂ ਮੌਜੂਦਾ ਸਰਕਾਰ ਨਹੀਂ ਬਣੀ ਸੀ ਅਸੀਂ ਉਹਨੂੰ ਕਰਦੇ ਸੀ, ਜਦੋਂ ਹੁਣ ਸਵਾਲ ਪੁਰਾਣੀ ਸਰਕਾਰ ਦੇ ਕੱਚੇ ਚਿੱਠੇ ਨਿਕਲਦੇ ਅਸੀਂ ਉਹ ਪੇਸ਼ ਕਰਦੇ। ਚਾਹੇ ਮਾਮਲਾ ਸੁਮੈਧ ਸਿੰਘ ਸੈਣੀ ਦਾ ਹੋਵੇ, ਚਾਹੇ ਬਾਦਲਾਂ ਦੀ ਸੈਣੀ ਨਾਲ ਸਾਂਝ ਹੋਵੇ, ਚਾਹੇ ਆ ਮਾਈਨਿੰਗ ਦੇ ਮਾਮਲੇ 'ਚ, ਦਾਰੂ ਦੇ ਮਾਮਲੇ 'ਚ ਮੌਜੂਦਾ ਸਰਕਾਰ ਹੋਵੇ, ਸਾਡੇ ਵੱਲੋਂ ਕੋਈ ਕਦੇ ਕਿਸੇ ਨੂੰ ਕਸਰ ਨਹੀਂ ਛੱਡੀ ਗਈ ਕਿ ਉਹਨੂੰ ਦੁਨੀਆ ਦੇ ਸਾਹਮਣੇ ਸੱਚ ਜਿਹੜੀ ਹੈ ਉਹ ਪ੍ਰੇਰਿਆ ਜਾਵੇ। ਹੋ ਸਕਦਾ ਕੋਈ ਕਮੀ ਪੇਸ਼ੀ ਹੋਵੇ, ਪਰ ਕਈ ਵਾਰੀ ਮਤਲਬ ਜਿਹੜੀ ਹੈ ਵੀ ਜਿਵੇਂ ਕਹਿੰਦੇ ਨੇ ਬੋਲਣ ਤੋਂ ਪਹਿਲਾਂ ਤੋਲ ਲਿਆ ਕਰੋ। ਇੱਕ ਦੋ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ, ਕੋਈ ਇਸ ਕਿਸਮ ਦੀ ਛਿੰਝੜੀ ਛੇੜ ਦਿੰਦੇ ਹੈ, ਲੇਕਿਨ ਪਰਫਾਰਮੈਂਸ ਤੁਸੀਂ ਓਵਰਆਲ ਦੇਖੋ ਵੀ ਓਵਰਆਲ ਪਰਫਾਰਮੈਂਸ ਸਾਡੀ ਕੀ ਹੈ ਜੀ। ਚਲੋ ਛਿੰਝੜੀਆਂ ਤਾਂ ਆਪਣੇ ਕੰਪੀਟੀਟਰ ਵੀ ਹੁੰਦੇ, ਢਿੱਲੋਂ ਸਾਹਿਬ ਕਈ ਜਾਣ ਕੇ ਵੀ ਫਿਰ ਕਰ ਦਿੰਦੇ ਆ। ਪਰ ਢਿੱਲੋਂ ਸਾਹਿਬ ਇੱਕ ਲੜਕੀ ਐਤਵਾਰ ਨੂੰ ਕਹਿੰਦਾ, ਉਹ ਇੱਕ ਸੀ ਨਾ, ਤੇਰੇ ਕਿਹੜੇ ਐਤਵਾਰ ਨੂੰ ਦਫ਼ਤਰ ਲੱਗਦੇ ਹੋ, ਇੱਕ ਸੀਗਾ ਨਾ, ਕਦੇ ਤਾਂ ਪੇਕੇ ਜਾ ਨਹੀਂ ਬੇਗਮ ਆਵੇ ਸੋ। ਪਰ ਉਹ ਗੱਲ ਦੁੱਖ ਜਿਹੀ ਵਾਲੀ ਗੱਲ ਇਹ ਹੈ ਕਿ ਐਤਵਾਰ ਨੂੰ ਕਿਹੜਾ ਯੂਨੀਵਰਸਿਟੀ ਦੇ ਦਫ਼ਤਰ ਲੱਗਦੇ ਸੀ ਜਿਹੜੀ ਉੱਥੇ ਕੁੜੀ ਗਈ, ਕੈਮਰੇ ਬੰਦ ਕਰਾਏ, ਕੁੜੀ ਦੀ ਉੱਥੇ ਸ਼ੱਕੀ ਹਾਲਾਤਾਂ 'ਚ ਮੌਤ ਹੁੰਦੀ ਹੈ। ਦੇਖੋ ਦਾਨੇਲੀਆ ਸਾਹਿਬ, ਇਹ ਕੁੜੀ ਬਠਿੰਡੇ ਦੀ ਹੈ ਜੀ। ਬਠਿੰਡੇ ਦੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਹੈ ਜੀ। ਲੜਕੀ ਦੇ ਪੇਰੈਂਟਸ ਦੇ ਦੱਸਣ ਮੁਤਾਬਕ, ਪਰਿਵਾਰ ਦੇ ਦੱਸਣ ਮੁਤਾਬਕ, ਐਤਵਾਰ ਨੂੰ ਉਹਨਾਂ ਨੂੰ ਉਹ ਲੜਕੀ ਨੂੰ ਫੋਨ ਆਉਂਦਾ ਹੈ ਜੀ ਕਿ ਤੁਹਾਨੂੰ ਜੀ ਦਫ਼ਤਰ ਦੇ ਵਿੱਚ ਬੁਲਾਇਆ ਹੈ, ਕੰਮ ਕਰਨਾ ਕੋਈ ਜ਼ਰੂਰੀ ਜੀ। ਫਿਰ ਕਹਿੰਦੇ ਗੱਡੀ ਵੀ ਆ ਜਾਂਦੀ ਹੈ ਦਫ਼ਤਰ ਦੀ, ਔਰ ਉਸ ਗੱਡੀ ਦੇ ਉੱਤੇ ਉਹ ਕੁੜੀ ਨੂੰ ਉੱਥੇ ਬੁਲਾ ਲਿਆ ਜਾਂਦਾ। 9 ਵਜੇ ਦੇ ਕਰੀਬ ਉਹ ਪਹੁੰਚ ਜਾਂਦੀ ਹੈ। ਦੁਪਹਿਰ ਨੂੰ ਘਰ ਵਾਲਿਆਂ ਨੂੰ ਟੈਲੀਫੋਨ ਹੋ ਜਾਂਦਾ ਵੀ ਤੁਹਾਡੀ ਲੜਕੀ ਨੇ ਜੀ ਉੱਪਰੋਂ ਛਾਲ ਮਾਰਤੀ ਬਿਲਡਿੰਗ ਦੀ ਛੱਤ ਚੋਂ, ਕਿਉਂਕਿ ਛੱਤ ਬਹੁਤ ਉੱਚੀ ਹੈ ਔਰ ਉਹਦੀ ਮੌਤ ਹੋ ਗਈ। ਪਰਿਵਾਰ ਵਾਲੇ ਮੌਕੇ ਤੇ ਪਹੁੰਚ ਕੇ ਲੜਕੀ ਮਰੀ ਹੋਈ ਸੀ। ਕਾਰਨ ਕੀ ਹੈ? ਕਾਰਨ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਕਤਲ ਕੀਤਾ ਗਿਆ ਜੀ। ਜਿਹੜੇ ਉੱਥੋਂ ਦੇ ਕਰਮਚਾਰੀ ਯੂਨੀਅਨ ਦੇ ਆਗੂ ਹੈ ਜੀ, ਉਹਨਾਂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਸੈਚਰਡੇ ਤੇ ਸੰਡੇ ਦੋਨੋਂ ਦਿਨੇ ਯੂਨੀਵਰਸਿਟੀ ਬੰਦ ਹੁੰਦੀ ਹੈ। ਫਿਰ ਕਿਹਨੇ ਬੁਲਾਇਆ ਤੇ ਕਿਉਂ ਬੁਲਾਇਆ? ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ। ਜੇ ਸਰਕਾਰੀ ਗੱਡੀ ਗਈ ਹੈ ਤਾਂ ਉਹ ਤੋਂ ਵੱਡਾ ਗੰਭੀਰ ਮਾਮਲਾ। ਲਓ ਜੀ, ਪਹਿਲੀਆਂ 'ਚ ਤਾਂ ਗੱਲ ਇਹ ਆਈ ਕਿ ਪੁਲਿਸ ਵਾਲੇ ਕਹਿੰਦੇ 174 ਦੀ ਕਾਰਵਾਈ ਬਣਦੀ ਹੈ ਜੀ, ਪਰਿਵਾਰ ਵਾਲਿਆਂ ਨੂੰ ਤੁਸੀਂ ਲਿਖਾਓ। ਫਿਰ ਆ ਗਿਆ ਵੀ ਨਹੀਂ, ਜੋ ਪ੍ਰੈਸ਼ਰ ਬਿਲਡ ਹੋਣਾ ਸ਼ੁਰੂ ਕੀਤਾ ਵੀ ਨਹੀਂ ਜੀ ਤਾਂ ਕਤਲ ਹੈ, ਇਹਦੇ ਤੇ ਤੁਸੀਂ ਪੜਤਾਲ ਕਰੋ। ਤੇ ਪੁਲਿਸ ਨੇ 302 ਦੀ FIR ਦਰਜ ਕਰ ਲਈ ਜੀ। ਦਰਜ ਕਿਹਦੇ ਖਿਲਾਫ ਕੀਤੀ? ਉਸੇ ਹੀ ਲੜਕੀ ਦਾ ਇੱਕ ਸਹਿਕਰਮੀ ਹੈ ਜੀ, ਜਿਹੜਾ ਉਹਦੇ ਨਾਲ ਹੀ ਕੰਮ ਕਰਦਾ ਸੀ ਉਹਦੇ ਮਹਿਕਮੇ ਦੇ ਵਿੱਚ। ਇੱਕੋ ਇਹ ਦੋਨੋਂ ਫਾਈਨਾਂਸ ਡਿਪਾਰਟਮੈਂਟ 'ਚ ਮੇਰਾ ਖਿਆਲ ਕੰਮ ਕਰਦੇ ਸੀ, ਅਕਾਊਂਟਸ ਦੇ ਵਿੱਚ, ਉਹਦੇ ਵਿੱਚ ਹੀ ਇਹ ਕੰਮ ਕਰਦੇ ਸੀ। ਔਰ ਉਹਦੇ ਤੇ ਪਰਚਾ ਦਰਜ ਕਰ ਲਿਆ। ਕਹਿੰਦੇ ਕੁਛ ਨਾਲ ਹੋਰ ਵੀ ਹੈ ਪੁਲਿਸ ਵਾਲੇ, ਕਹਿੰਦੇ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਕੁੜੀ ਨੂੰ ਚੱਕ ਕੇ ਥੱਲੇ ਸਿੱਟੇ? ਜਿਹੜੀ ਉਹਦੇ ਸੱਟ ਲੱਗੀ ਹੈ ਉਹ ਕਿਸ ਕਿਸਮ ਦੀ ਹੈ? ਕੀ ਜਿਹੜਾ ਜਿਸ ਸੱਟ ਨਾਲ ਉਹਦੀ ਡੈਥ ਹੁੰਦੀ ਹੈ ਉਹ ਤੋਂ ਇਲਾਵਾ ਉਹਦੇ ਨਾਲ ਕਿਸੇ ਕਿਸਮ ਦੀ ਕੋਈ ਮਿਸਬਿਹੇਵ ਹੋਇਆ, ਕਿਸੇ ਕਿਸਮ ਦੇ ਕੋਈ ਸਿੰਪਟਮਸ ਹੈਗੇ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੋਣੀਆਂ ਚਾਹੀਦੀਆਂ ਜੀ।
ਕਿਉਂਕਿ ਆਮ ਹਾਲਤਾਂ ਦੇ ਵਿੱਚ ਇਹ ਦੇਖੀਏ, ਮੇਰਾ ਖਿਆਲ ਹੈ ਕੁੜੀ ਅਨਮੈਰਿਡ ਸੀ। ਔਰ ਕਈ ਵਾਰੀ ਅਸੀਂ ਇਹ ਦੇਖ ਲੈਂਦੇ ਹਾਂ ਕਿ ਕੁੜੀਆਂ ਮੁੰਡਿਆਂ ਦੇ ਜਿੱਥੇ ਵੀ ਕੰਮ ਕਰਦੇ ਹੁੰਦੇ ਸਾਂਝੇ, ਉਹਨਾਂ ਦੇ ਆਪਸੀ ਰਿਲੇਸ਼ਨ ਵੀ ਬਣ ਜਾਂਦੇ ਜੀ। ਇਹ ਜੇ ਤਾਂ ਸੱਚਮੁੱਚ ਹੀ ਕੁੜੀ ਦਾ ਕਤਲ ਕੀਤਾ ਤਾਂ 302 ਬਣਨੀ ਚਾਹੀਦੀ ਹੈ, ਇਹਨੂੰ ਕਤਲ ਕਵਾਂਗੇ। ਜੇ ਕਤਲ ਨਹੀਂ ਕੀਤਾ, ਉਹਦੇ ਤੇ ਮਤਲਬ ਕੋਈ ਉਹਨਾਂ ਦਾ ਕੋਈ ਇਸ ਕਿਸਮ ਦੀ ਹੁੰਦੀ ਹੈ ਕਿ ਦੋਨਾਂ ਦੇ ਸਬੰਧ ਹੋਣ ਤੇ ਬਾਅਦ ਦੇ ਵਿੱਚ ਗੜਬੜ ਪੈਦਾ ਹੋ ਜਾਂਦੀ ਹੈ ਕੋਈ ਜੀ। ਅਚਨਚੇਤ ਗਰਮੀ ਹਰ ਇੱਕ ਬੰਦੇ 'ਚ ਇੰਨੀ ਨਹੀਂ ਚੱਲੀ ਜਾਂਦੀ, ਕੋਈ ਇਹੋ ਜਿਹਾ ਮਾਮਲਾ ਹੋਇਆ, ਕੋਈ ਸੁਸਾਈਡ ਵਗੈਰਾ ਹੋ ਗਈ, ਤਾਂ ਮੇਰੇ ਖਿਆਲ ਮੁਤਾਬਕ ਪੁਲਿਸ ਨੂੰ ਤਫਤੀਸ਼ ਉਧਰ ਵੀ ਕਰਨੀ ਚਾਹੀਦੀ, ਕਿਉਂਕਿ ਕੇਸ ਰਜਿਸਟਰ ਜੋ ਪੇਰੈਂਟਸ ਨੇ ਕਰਵਾਇਆ ਉਹਦੇ ਮੁਤਾਬਕ ਪੁਲਿਸ ਕਰਨ ਵਾਸਤੇ ਪਾਬੰਦ ਹੈ ਔਰ ਕਰਨਾ ਚਾਹੀਦਾ ਵੀ ਹੈ ਜੀ। ਕਿਉਂਕਿ ਦੇਸ਼ ਦੀ ਹਾਈ ਕੋਰਟ, ਸੁਪਰੀਮ ਕੋਰਟ ਪਹਿਲਾਂ ਇਹ ਕਹਿ ਚੁੱਕੀ ਹੈ ਕਿ ਇਸ ਤਰ੍ਹਾਂ ਕੇਸ ਰਜਿਸਟਰ ਜਿਹੜਾ ਜੋ ਬੰਦਾ ਕਰਾਉਂਦਾ ਕਰਨਾ ਚਾਹੀਦਾ ਹੈ। ਲੇਕਿਨ ਕੇਸ ਦੇ ਵਿੱਚ ਸੱਚਾਈ ਕੀ ਹੈ, ਇਹ ਮਾਮਲਾ ਇਨਵੈਸਟੀਗੇਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ। ਇਹ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਜ਼ਰੂਰੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਜੇ ਤਾਂ ਮਾਮਲਾ ਸੁਸਾਈਡ ਦਾ ਤਾਂ ਉਹਨੂੰ ਸੁਸਾਈਡ ਚੇਂਜ ਕੀਤਾ ਜਾਵੇ, ਕਿਉਂਕਿ ਅਗਰ ਮਾਮਲਾ ਸੁਸਾਈਡ ਦਾ ਹੈ ਤੇ ਇਹਨੂੰ ਕਰਤਾ ਮਰਡਰ ਦੇ ਵਿੱਚ, ਤਾਂ ਮੇਰਾ ਖਿਆਲ ਹੈ ਪੀੜਤ ਪਰਿਵਾਰ ਨਾਲ ਤੇ ਉਸ ਲੜਕੀ ਨਾਲ ਜ਼ਿਆਦਤੀ ਹੈ ਜੀ। ਜ਼ਿਆਦਤੀ ਇਸ ਕਰਕੇ ਹੈ ਕਿਉਂਕਿ ਕੱਲ੍ਹ ਨੂੰ ਜਦੋਂ ਸਬੂਤ ਮਿਲਣੇ, ਉਹ ਸਬੂਤ ਪੂਰੇ ਨਹੀਂ ਹੋਣੇ ਤੇ ਕੇਸ ਖਰਾਬ ਹੋਣੇ। ਅਗਰ ਜੇ ਕੋਈ ਉਹਦੀ ਸੁਸਾਈਡ ਕੀਤੀ ਹੈ, ਸੁਸਾਈਡ ਵਾਲੀ ਗੱਲ ਕਰਨੀ ਪੈਣੀ ਹੈ, ਤਾਂ ਫਿਰ ਉਹਦੇ ਚਲਾਨ ਹੁੰਦਾ ਤਾਂ ਉਹਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਜ਼ਰੂਰੀ। ਲੇਕਿਨ ਪੁਲਿਸ ਦਾ ਬਾਬਾ ਆਦਮ ਬੜਾ ਨਿਰਾਲਾ ਹੈ। ਇੱਥੇ ਪਹਿਲਾਂ ਹੁਕਮ ਉਡੀਕਦੇ ਆ ਵੀ ਤਾਹਾਂ ਤੋਂ ਹੁਕਮ ਕੌਣ ਦੇਊਗਾ, ਕੀ ਕਹਿੰਦਾ, ਕੀ ਆਉਂਦਾ, ਹੁਕਮ ਕੀ ਆਊਗਾ। ਤੁਹਾਡੇ ਯਾਦ ਹੋਣਾ ਬਹੁਤ ਸਮਾਂ ਪਹਿਲਾਂ ਜਦੋਂ ਇੱਥੇ ਬਾਦਲਾਂ ਦੀ ਸਰਕਾਰ ਸੀ ਜੀ, ਤੇ ਪੰਜਾਬ ਦੀ ਸਥਿਤੀ ਦੇਖਣ ਵਾਸਤੇ ਰਾਹੁਲ ਗਾਂਧੀ ਆਇਆ ਸੀ। ਉਹ ਸਾਰੇ ਜ਼ਿਲ੍ਹਿਆਂ 'ਚ ਗਿਆ ਸੀ ਤੇ ਆਪਣੇ ਬਠਿੰਡੇ ਵੀ ਆ ਕੇ ਪੈਦਲ ਯਾਤਰਾ ਕੀਤੀ ਸੀ। ਉਸ ਵੇਲੇ ਆਪਣੇ ਇੱਕ ਪਿੰਡ ਹੈ ਮੌੜਾ ਕੋਲੇ, ਉੱਥੋਂ ਦੇ ਕੁਝ ਲੋਕ ਆ ਕੇ ਮਿਲੇ ਸੀ ਰਾਹੁਲ ਗਾਂਧੀ ਨੂੰ ਤੇ ਉਹਨਾਂ ਨੇ ਦੱਸਿਆ ਸੀ ਕਿ ਜੀ ਆਹ ਸਾਡੇ ਦੋ ਬੰਦੇ ਹੈ, ਇਹ ਬਾਈਕ ਤੇ ਜਾਂਦੇ ਸੀ, ਇਹਨਾਂ ਦਾ ਕਤਲ ਕੀਤਾ ਗਿਆ ਜੀ, ਲੇਕਿਨ ਇਹਨੂੰ ਐਕਸੀਡੈਂਟ ਬਣਾਤਾ। ਉੱਥੇ ਕੋਈ ਮੀਡੀਆ ਕਰਮੀ ਵੀ ਆਉਂਦਾ ਸੀ ਜਿਹਨੇ ਉਹ ਸਾਰਾ ਕੁਝ ਦੇਖਿਆ ਸੀ ਆਪਦੇ ਅੱਖੀਂ। ਉਹਦੇ ਕੋਲੇ ਸ਼ਾਇਦ ਕੋਈ ਮਾੜੇ ਮੋਟੇ ਸਬੂਤ ਵੀ ਸੀ, ਇਹ ਸਾਰੀਆਂ ਗੱਲਾਂ ਆ ਗਈਆਂ ਸੀ। ਲੇਕਿਨ ਕਤਲ ਨੂੰ ਐਕਸੀਡੈਂਟ ਤੇ ਐਕਸੀਡੈਂਟ ਨੂੰ ਕਤਲ ਬਣਾਉਣ ਦੀ ਪ੍ਰਵਿਰਤੀ ਸਾਡੇ ਦੇਸ਼ ਦੇ ਵਿੱਚ ਚੱਲ ਰਹੀ ਹੈ ਜੀ, ਸਾਡੀ ਸਟੇਟ ਦੇ ਵਿੱਚ ਚੱਲਦੀ ਹੈ। ਸੋ ਅਸੀਂ ਹੁਣ ਜਿਸ ਯੁੱਗ ਦੇ ਵਿੱਚ ਦਾਖਲ ਹੋ ਗਏ, ਇਹ ਆਧੁਨਿਕ ਯੁੱਗ ਹੈ ਤੇ ਆਧੁਨਿਕ ਯੁੱਗ ਇਹ ਡਿਮਾਂਡ ਕਰਦਾ ਕਿ ਸੱਚਾਈ ਹੈ ਜਿਹੜੀ ਉਹ ਸਾਹਮਣੇ ਆਉਣੀ ਚਾਹੀਦੀ ਹੈ। ਇਸ ਮਾਮਲੇ 'ਚ ਵੀ ਜੀ ਬਹੁਤ ਜ਼ਰੂਰੀ ਹੈ ਕਿ ਸੱਚਾਈ ਸਾਹਮਣੇ ਆਵੇ, ਤਾਂ ਕਿ ਜਿੰਨਾ ਕਿ ਜਿਹਦਾ ਗੁਨਾਹ ਹੈ ਜੇ ਉਹਨਾਂ ਕਿ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ, ਸਾਡੀ ਸਿਸਟਮ, ਸਾਡੀ ਪੁਲਿਸ ਲੈ ਕੇ ਜਾਊਗੀ, ਤਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ। ਜੇ ਅਸੀਂ ਘੱਟ ਜਾਂ ਵੱਧ ਕਰਾਂਗੇ ਤਾਂ ਉਹਦੇ 'ਚ ਉਹਨਾਂ ਨੂੰ ਬੈਨੀਫਿਟ ਮਿਲੂਗਾ ਜੀ। ਇਹ ਢਿੱਲੋਂ ਸਾਹਿਬ ਬੜਾ ਇਹ ਕੰਮ ਹੋ ਗਿਆ ਹੁਣ ਪਿੱਛੇ ਜੇ ਇਹ ਵੀ ਚਰਚਾ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦਾ ਹੀ ਮਾਮਲਾ ਕੱਢਿਆ ਜਾਵੇ। ਕਹਿੰਦੇ ਇੱਕ ਅੱਧੀ ਰਾਤ ਨੂੰ ਪਤਾ ਨਹੀਂ ਬੰਦੂਕ ਲੈ ਕੇ ਲੋਕ ਕਿੱਥੇ ਤੁਰੇ ਫਿਰਦੇ ਆ, ਘਰ ਕਿੱਥੇ ਹੈ, 25-30 ਕਿਲੋਮੀਟਰ ਦੂਰ ਜਾਂਦਾ ਬੰਦਾ, ਉੱਥੇ ਉਹ ਮਰ ਜਾਂਦਾ ਦਾਰੂ ਦਾ ਪੀਤਾ, ਉਹਨੂੰ ਵੀ ਕੋਈ ਤਫਤੀਸ਼ ਨਹੀਂ ਕੀਤੀ, 174 ਦੀ ਕਾਰਵਾਈ ਕਰ ਦਿੰਦੇ। ਇਹੋ ਜਿਹਾ ਮਾਮਲਾ ਹੀ ਬਠਿੰਡੇ 'ਚ ਬੜਾ ਚੱਲਿਆ ਹੋਇਆ। ਉਹ ਮਾਮਲਾ ਵੀ ਮਾਈਨਿੰਗ ਨਾਲ ਜੁੜਿਆ ਹੋਇਆ ਹੈ ਜੀ, ਉਹਨੂੰ ਪੜਤਾਲਣ ਦੀ ਲੋੜ ਹੈ। ਪੜਤਾਲਾਂਗੇ ਇੱਕ ਅੱਧੇ ਦਿਨ ਦੇ ਵਿੱਚ, ਫਿਰ ਆਪਾਂ ਡਿਟੇਲ 'ਚ ਗੱਲ ਕਰਾਂਗੇ ਜੀ। ਤੇ ਚੀਤਾ ਜਿਹੜਾ ਜੀ ਹੁਣ ਕਹਿੰਦੇ ਹੁਣ ਨਵਾਂ ਆ ਗਿਆ ਇੱਕ ਚੀਤਾ, ਇਹ ਚੀਤਾ ਕੌਣ ਹੈ ਜੀ? ਕਹਿੰਦੇ ਇਹਦੀਆਂ ਤਸਵੀਰਾਂ ਵੀ ਚੀਤੇ ਦੀਆਂ ਹੱਥ ਰੱਖ ਕੇ ਐਨ ਕਹਿੰਦੇ ਵੱਡੇ ਵੱਡੇ ਸ਼ਿਕਾਰੀਆਂ ਦੀਆਂ ਇਸ ਚੀਤੇ ਨਾਲ ਤਸਵੀਰਾਂ ਵੀ ਆ ਰਹੀਆਂ ਨੇ। ਬਿਲਕੁਲ ਜੀ। ਚੀਤਾ ਜਿਹੜਾ ਹੈਗਾ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜੀ, ਤੇ ਇਹ ਕਦੋਂ ਆਇਆ ਸੀ ਰੌਸ਼ਨੀ ਦੇ ਵਿੱਚ? ਇਹ ਰੌਸ਼ਨੀ 'ਚ ਉਦੋਂ ਆਇਆ ਸੀ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਪਾਕਿਸਤਾਨੀ ਨਮਕ, ਜਿਹਨੂੰ ਅਸੀਂ ਡਲੇ ਦਾ ਨਮਕ ਵੀ ਕਹਿ ਦਿੰਦੇ ਹਾਂ, ਸੇਂਦਾ ਨਮਕ ਵੀ ਕਹਿ ਦਿੰਦੇ ਹਾਂ, ਸੇਂਦੇ ਨਮਕ ਵਾਲੇ ਟਰੱਕਾਂ ਦੇ ਵਿੱਚ 532 ਕਿਲੋਗ੍ਰਾਮ ਹੈਰੋਇਨ ਆਈ ਸੀ, ਜਿਹਦੀ ਲਾਲਾ ਹੋਈ ਸੀ, ਜਿਹਦੀ ਬਹੁਤ ਜ਼ਿਆਦਾ ਲਾਲਾ ਹੋਈ ਸੀ ਕਿ ਇਹ ਕਿੱਧਰ ਨੂੰ ਜਾ ਰਹੀ ਹੈ ਤੇ ਕੀ ਜਾ ਰਹੀ ਹੈ। ਉਦੋਂ ਜਿਹੜੀਆਂ ਕੜੀਆਂ ਕੁੜੀਆਂ ਜੋੜ ਕੇ ਪੁਲਿਸ ਨੇ ਡਿਟੈਕਟ ਕਰ ਲਿਆ ਸੀ ਕਿ ਇਹ ਸਾਰਾ ਕੁਝ ਚੀਤਾ ਹੈ ਨਾਂ ਦਾ ਬੰਦਾ ਕਰਦਾ। ਸ਼ਾਇਦ ਇਹਦਾ ਅਸਲ ਨਾਂ ਰਣਜੀਤ ਸਿੰਘ ਹੈ। ਇਹ ਬੰਦਾ ਕੌਣ ਹੈ, ਕਿੱਥੇ ਹੈ, ਇਹਨੂੰ ਭਾਲੀਏ ਜੀ। ਜੰਮੂ ਕਸ਼ਮੀਰ ਤੱਕ ਪੁਲਿਸ ਫਿਰਦੀ ਰਹੀ, ਪਾਸੇ ਸਮਝ ਨਾ ਆਵੇ, ਕੋਈ ਸਮਝ ਨਾ ਆਵੇ। ਅਖੀਰ ਕਰਦਿਆਂ ਕਰਾਉਂਦਿਆਂ ਕੋਈ ਇਹਨਾਂ ਨੇ ਨਾਲ ਦੇ ਸਾਥੀ ਫੜ ਲਏ ਜੀ, ਤੇ ਜਦੋਂ ਪੁਲਿਸ ਨੇ ਫਿਰ ਆਪਣੇ ਪੁਲਸੀਆ ਢੰਗ ਨਾਲ ਉਹਨਾਂ ਦੀ ਪੁੱਛ ਪੜਤਾਲ ਕੀਤੀ ਤੇ ਇੱਕ ਕਲਿਊ ਮਿਲ ਗਿਆ। ਕਲਿਊ ਦਾ ਮੀਡੀਆ ਨੂੰ ਤੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਤੁਹਾਡਾ ਸਿਰਸੇ ਦੇ ਕੋਲ ਇੱਕ ਪਿੰਡ ਬੇਗੂ ਹੈਗਾ ਜੀ, ਬੜਾ ਮਸ਼ਹੂਰ ਪਿੰਡ ਆ, ਜਮਾ
ਜਮਾਂ ਡੇਰੇ ਦੇ ਨਾਲ, ਡੇਰੇ ਦੇ ਨਾਲ। ਉਹ ਬੇਗੂ ਰੋਡ ਹੀ ਪੈਂਦੀ ਹੈ, ਜਦੋਂ ਬੇਗੂ ਰੋਡ ਹੀ ਕਹਿੰਦੇ ਉਹਨੂੰ। ਜਦੋਂ ਆਪਾਂ ਜਾਂਦੇ ਰਕਬਾ ਵੀ ਉਹ ਬੇਗੂ ਦਾ ਹੀ ਹੈ। ਬੇਗੂ ਦਾ ਹੀ ਹੈ ਜੀ। ਪਿੰਡ ਬੇਗੂ ਹੈ। ਤੇ ਬੇਗੂ ਪਿੰਡ ਦੇ ਵਿੱਚ ਇੱਕ ਘਰ ਨੂੰ ਜਾ ਕੇ ਜੀ ਪੁਲਿਸ ਨੇ ਘੇਰਾ ਪਾ ਲਿਆ। ਪੰਜਾਬ ਦੀ ਪੁਲਿਸ ਹੈ, ਅੰਮ੍ਰਿਤਸਰ ਦੀ, ਨਾਲ ਹੀ ਪੁਲਿਸ ਹੈਗੀ ਹੈ ਜੀ ਤੁਹਾਡੀ ਹਰਿਆਣੇ ਦੀ ਜੀ। ਉਹਨਾਂ ਨੇ ਜਦੋਂ ਉੱਥੇ ਘੇਰਾ ਪਾ ਲਿਆ, ਪੁੱਛਗਿੱਛ ਕੀਤੀ ਤੇ ਉੱਥੋਂ 2 ਬੰਦੇ ਫੜ ਲਏ ਜੀ। ਇੱਕ ਇਹ ਚੀਤਾ ਫੜਿਆ ਤੇ ਨਾਲ ਇਹਦਾ ਭਰਾ ਗਗਨਦੀਪ ਸਿੰਘ। ਤੇ ਪਤਾ ਇਹ ਲੱਗਿਆ ਕਿ ਚੀਤਾ ਉੱਥੇ ਗੋਰਾ ਦਾ ਨਾਮ ਜਿਹੜਾ ਹੈਗਾ ਨਕਲੀ ਨਾਂ ਗੋਰਾ ਬਣਾ ਕੇ ਆਪਣੇ ਆਪ ਦਾ ਉਸ ਪਿੰਡ ਦੇ ਵਿੱਚ ਰਹਿ ਰਿਹਾ ਸੀ ਜੀ। ਹੁਣ ਜਿਹੜੀ ਪੁੱਛਗਿੱਛ ਕੀਤੀ ਹੈ ਜੀ, ਉਸ ਪੁੱਛਗਿੱਛ ਤੋਂ ਇਹ ਪਤਾ ਲੱਗਾ ਕਿ ਵੱਖ-ਵੱਖ ਤੀਰਥ ਸਥਾਨਾਂ ਤੇ ਵੀ ਉੱਥੋਂ ਦੇ ਕਮਰਿਆਂ ਦੇ ਵਿੱਚ ਵੀ ਇਹ ਦਾਨ ਪੁੰਨ ਕਰਕੇ, ਅੱਛਾ, ਇਹੋ ਜਿਹੇ ਬੰਦੇ ਤੁਹਾਨੂੰ ਪਤਾ ਵੀ ਦਾਨ ਪੁੰਨ ਵੀ ਪੂਰਾ ਕਰਦੇ ਹੁੰਦੇ ਆ, ਇਹ ਉੱਥੇ ਰਹਿੰਦਾ ਰਿਹਾ ਜੀ। ਲਓ ਜੀ, ਪੁਲਿਸ ਉੱਥੋਂ ਲੈ ਆਈ, ਉਹਦਾ ਰਿਮਾਂਡ ਲੈ ਆਇਆ। ਰਿਮਾਂਡ ਲੈਣ ਤੋਂ ਬਾਅਦ ਹੁਣ ਉਹਦੀ ਜਿਹੜੀ ਪੁੱਛਗਿੱਛ ਕਰ ਰਹੇ ਹੈ, ਅੱਛਾ ਜੀ, ਪੁੱਛਗਿੱਛ ਇੱਕ ਏਜੰਸੀ ਨਹੀਂ ਕਰ ਰਹੀ, ਅੱਛਾ ਜੀ, NCB ਨੈਸ਼ਨਲ ਨਾਰਕੋ ਕੰਟਰੋਲ ਬਿਊਰੋ ਹੈ ਜਿਹੜੀ, ਉਹ ਵੀ ਕਰ ਰਹੀ ਹੈ। ਇੰਟੈਲੀਜੈਂਸ ਬਿਊਰੋ ਵੀ ਕਰ ਰਹੀ ਹੈ। ਅੱਛਾ, ਕੇਂਦਰੀ ਏਜੰਸੀਆਂ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੀ ਕਰ ਰਹੀ ਹੈ, NIA, ਨਾਲ ਪੰਜਾਬ ਪੁਲਿਸ ਵੀ ਹੈ। ਸੰਭਾਵਨਾ ਇਹ ਵੀ ਹੈ ਕਿ ਮਿਲਟਰੀ ਇੰਟੈਲੀਜੈਂਸ ਤੇ BSF ਦੀ ਇੰਟੈਲੀਜੈਂਸ ਵੀ ਪੁੱਛਗਿੱਛ ਕਰਦੀ ਹੋਵੇ, ਪਰ ਇਹ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ ਜੀ। ਜਿਹੜੇ ਬੰਦੇ ਹੁਣ ਤੱਕ ਉਹਨਾਂ ਨੇ ਇਸ ਤਫਤੀਸ਼ ਦੇ ਸੰਬੰਧ ਵਿੱਚ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜੀ, ਉਹ 2 ਭਰਾ ਤਾਂ ਇਹ ਹੈਗੇ, ਤੇ ਇੱਕ ਇਹਨਾਂ ਦਾ ਭਰਾ ਕੁਲਦੀਪ ਸਿੰਘ ਹੈ ਜੀ। ਉਹ ਕੁਲਦੀਪ ਸਿੰਘ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਸੀ, ਤੇ ਉਹ ਕਿਸੇ ਨੇਕਨਾਮੀ 'ਚ ਨਹੀਂ ਬੰਦ ਸੀ, ਇਸੇ ਕੰਮ 'ਚ ਹੀ ਹੋਣਾ ਜੀ। ਹਾਂਜੀ, ਉਹਨੂੰ ਵੀ ਪ੍ਰੋਡਕਸ਼ਨ ਬ੍ਰਾਂਚ ਤੇ ਲੈ ਆਂਦਾ ਹੈ। ਲਓ ਜੀ, ਹੁਣ ਮੁੱਢਲੇ ਪੜਾਅ ਦੇ ਉੱਤੇ ਜਿਹੜੀ ਗੱਲ ਸਾਹਮਣੇ ਆਈ ਹੈ, ਕਹਿੰਦੇ ਚੀਤੇ ਨੇ ਇਸ ਕੰਮ ਦੇ ਵਿੱਚੋਂ ਕੋਈ 5 ਕਰੋੜ ਰੁਪਏ ਦੀ ਜਾਇਦਾਦ, 500 ਕਰੋੜ ਰੁਪਏ ਦੀ, ਹਾਂਜੀ, ਮੈਂ ਗਲਤੀ ਨਾ ਕਰ ਗਿਆ, 5 ਕਰੋੜ ਤਾਂ ਅੱਜ ਕੱਲ 500 ਕਰੋੜ ਰੁਪਏ ਦੀ ਇਹਨਾਂ ਨੇ ਜਾਇਦਾਦ ਬਣਾਈ ਹੈ ਜੀ। ਇਹ ਮੁੱਢਲਾ ਅੰਦਾਜ਼ਾ ਹੈ, ਹਜੇ ਤਾਂ ਅਜੇ ਤਾਂ ਇਹ ਪਤਾ ਨਹੀਂ ਵੀ ਕਿੱਥੇ ਕਿੱਥੇ ਲੁਕੋ ਕੇ ਰੱਖੀ ਹੋਵੇ। ਹੁਣ ਕਹਿੰਦੇ ਆ ਵੀ ਇਹ ਜਿਹੜੀਆਂ ਹੈਗੀਆਂ ਏਜੰਸੀਆਂ ਇਹ ਇਸ ਗੱਲ ਉੱਤੇ ਲੱਗੀਆਂ ਹੋਈਆਂ ਕਿ ਇਸ ਜਾਇਦਾਦ ਨੂੰ ਡਿਟੈਕਟ ਕਰਕੇ ਇਹਨੂੰ ਜਿਹੜਾ ਹੈਗਾ ਜ਼ਬਤ ਕਰਵਾਇਆ ਜਾਵੇ ਜੀ, ਕਿਉਂਕਿ NDPS ਐਕਟ ਦੇ ਵਿੱਚ ਇਹ ਪ੍ਰਬੰਧ ਹੈਗਾ। ਪਰ ਸਵਾਲ ਇਹ ਪੈਦਾ ਹੁੰਦਾ ਵੀ ਕੀ ਜਿੰਨੀ ਜਾਇਦਾਦ ਬਣਾਈ ਹੈ ਸਾਰੀ ਡਿਟੈਕਟ ਹੋ ਜੂਗੀ? ਨਹੀਂ ਹੋਣੀ। ਇਹ ਕਿਹਦੇ ਨਾਮਾਂ ਤੇ ਬਣੀ ਹੋਊਗੀ? ਹੁਣ ਜਦੋਂ ਇਹ ਸਾਰਾ ਕੁਝ ਇੰਨੇ ਲੰਬੇ ਸਮੇਂ ਤੋਂ ਬਾਅਦ ਸਾਹਮਣੇ ਆ ਗਿਆ, ਬੰਦਾ ਫੜਿਆ ਗਿਆ, ਆਪਣੀ ਪਿੱਠ ਤਾਂ ਸਾਰੀ ਥਪਤ ਪਾਉਣਗੇ ਜੀ, ਅਸੀਂ ਇਹ ਕੰਮ ਕਰਤਾ, ਅਸੀਂ ਇਹ ਕੰਮ ਕਰਤਾ। ਵਧੀਆ ਗੱਲ ਇਹ ਸੀ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਜੇ ਉਦੋਂ ਹੋਣ ਨਾ ਦਿੱਤਾ ਜਾਂਦਾ, ਜੇ ਬੰਦਾ 500 ਕਰੋੜ ਰੁਪਏ ਦੀ ਪ੍ਰਾਪਰਟੀ ਬਣਾਈ ਜਾਂਦਾ, ਪਤਾ ਨਹੀਂ ਕਿ ਇਨਕਮ ਟੈਕਸ ਵਾਲਿਆਂ ਨੂੰ ਵੀ ਕੀ ਹੋਈ ਜਾਂਦਾ। ਇੱਕੋ ਖੇਪ ਦੇ ਵਿੱਚ 532 ਕਿਲੋਗ੍ਰਾਮ ਹੈਰੋਇਨ ਮੰਗਵਾ ਸਕਦਾ ਹੈ। ਇੱਕ ਪੈਕਟ ਦੇ ਉੱਤੇ ਤੁਹਾਨੂੰ ਪਤਾ ਵੱਡੀਆਂ ਪ੍ਰੈਸ ਕਾਨਫਰੰਸਾਂ ਹੁੰਦੀਆਂ। 532 ਕਿਲੋਗ੍ਰਾਮ ਇੱਕੋ ਖੇਪ 'ਚ ਹੈ। ਇਹੋ ਜਿਹੀਆਂ ਖੇਪਾਂ ਕਿੰਨੀਆਂ ਇਕਾਈਆਂ ਹੋਣਗੀਆਂ ਜੀ? ਤੇ ਮੇਰਾ ਖਿਆਲ ਹੈ ਵੀ ਇਹ ਤਾਂ ਸ਼ਾਇਦ ਕਸਟਮ ਵਾਲਿਆਂ ਨੇ ਫੜ ਲਈ ਸੀ ਕਿ ਨਮਕ ਐਡੇ ਵੱਡੇ ਪੱਧਰ ਦੇ ਉੱਤੇ ਨਮਕ ਦੇ ਵਿੱਚ ਇੰਨਾ ਸਮਾਨ, ਨਮਕ ਦਾ ਵਪਾਰੀ ਫੜਿਆ ਗਿਆ, ਉਹਦੇ ਵਿੱਚੋਂ ਹੈ ਜੀ। ਖੈਰ ਆਪਾਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਚਲੋ ਜਿਹੜੀ ਹੁਣ ਵਾਲੀ ਮੌਜੂਦਾ ਟੀਮ ਹੈ ਜਿਹਨੇ ਗ੍ਰਿਫਤਾਰ ਕੀਤਾ ਉਹ ਤਾਂ ਵਧਾਈ ਦੇ ਪਾਤਰ ਹੈ ਕਿ ਬੰਦੇ ਨੂੰ ਗ੍ਰਿਫਤਾਰ ਤਾਂ ਕਰ ਲਿਆ, ਪਰ ਪਿਛਲਿਆਂ ਦੀ ਪੁੱਛ ਪੜਤਾਲ ਵੀ ਥੋੜੀ ਜਿਹੀ ਹੋਣੀ ਚਾਹੀਦੀ ਹੈ। ਕਿਹਨੇ ਚੀਤੇ ਦੇ ਮੋਢਿਆਂ ਤੇ ਹੱਥ ਰੱਖ ਕੇ ਫੋਟੋਆਂ ਖਿਚਾਈਆਂ ਸਾਰੀਆਂ, ਉਹ ਵੀ ਆਉਣੀਆਂ ਚਾਹੀਦੀਆਂ। ਉਧਰ ਢਿੱਲੋਂ ਸਾਹਿਬ ਫਿਰ ਗਿੱਦੜ ਵੀ ਤੁਹਾਨੂੰ ਪਤਾ ਹੋਣਾ, 2 ਪਿਓ ਪੁੱਤ ਜਿਹੜੇ ਸੀਗੇ ਵਕੀਲ ਸੀਗੇ, ਉਹਨੂੰ ਥਾਣੇਦਾਰ ਨੇ ਕੁੱਟ ਸੁੱਟਿਆ ਸੀਗਾ, ਕੀ ਬਣਿਆ ਜੀ ਉਹਦਾ? ਦੇਖੋ, ਵਕੀਲ ਤਾਂ ਇੱਕੋ ਹੀ ਸੀ, ਉਮਰ ਦਾ ਵੀ ਮਤਲਬ ਸਿਆਣਾ ਸੀ। ਅੱਛਾ ਜੀ। ਲਾਕਡਾਊਨ ਜਾਂ ਕਰਫਿਊ ਕਹਿ ਲਈਏ ਆਪਾਂ, ਕਰਫਿਊ ਦੇ ਦੌਰਾਨ ਕੋਈ ਤਕਲੀਫ ਹੋ ਗਈ, ਉਹ ਆਪਣੇ ਘਰੋਂ ਆਪਣੇ ਪੁੱਤ ਨੂੰ ਨਾਲ ਲੈ ਕੇ ਮੈਡੀਸਨ ਲੈਣ ਜਾਂਦੇ ਜੀ, ਦਵਾਈਆਂ ਦੀ ਦੁਕਾਨ ਤੇ ਅਗਾਂਹ ਭਾਈ ਸਾਹਿਬ ਮਿਲ ਗਏ, ਥਾਣੇਦਾਰ ਸਾਹਿਬ, ਨਾ ਤੇਜਾ ਸੀ, ਤੇਜ ਬੜਾ। ਅੱਛਾ ਜੀ। ਉਹ ਕਹਿੰਦਾ ਵੀ ਤੁਸੀਂ ਕਿੱਧਰ ਨੂੰ ਚੱਲੇ? ਉਹਨੇ ਦੱਸਿਆ, ਭਾਈ ਮੈਂ ਏਜਡ ਹਾਂ, ਮੈਨੂੰ ਆਹ ਬਿਮਾਰੀ ਹੈ, ਮੈਂ ਵਕੀਲ ਹਾਂ ਜੀ, ਮੈਂ ਮੈਡੀਸਨ ਲੈਣ ਜਾਣਾ। ਉਹ ਕਹਿੰਦਾ ਵੀ ਕਰਫਿਊ ਲੱਗਿਆ, ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਬੰਦਾ ਬਾਹਰ ਨਿਕਲ ਜੇ। ਹਾਲਾਂਕਿ ਸਰਕਾਰ ਦੀਆਂ ਇਹ ਇਨਸਟਰਕਸ਼ਨਾਂ ਹੈ ਕਿ ਭਾਈ ਜੇ ਕੋਈ ਬੰਦਾ ਬਿਮਾਰ ਠਮਾਰਾ ਉਹ ਮੈਡੀਸਨ ਲੈਣ ਜਾਂਦਾ ਤਾਂ ਉਹਨੂੰ ਜਾਣ ਦਿਓ। ਪਰ ਥਾਣੇਦਾਰ ਸਾਹਿਬ ਨੂੰ ਥਾਣੇਦਾਰੀ ਚੜੀ ਸੀ ਜੀ, ਉਹ ਕਈ ਵਾਰੀ ਆਪਣਾ ਵੀ ਵਾਹ ਪੈਂਦਾ
ਪਈ ਜਾਂਦਾ ਹੈ। ਜਿਹਦੇ ਆਪਾਂ ਪਰਸੋਂ ਚੌਥੇ ਗਏ ਆ ਮਾਨਸਾ ਵਾਲੇ ਪਾਸੇ ਨੂੰ, ਹਾਂਜੀ ਇੱਕ ਜਮਾਂ ਹੀ ਵਿਚਾਲੇ ਭੱਜ ਕੇ ਆ ਕੇ ਖੜ ਵਿਚਾਲੇ ਗਿਆ ਸੀ। ਭੱਜ ਕੇ ਆ ਗਿਆ ਜਮਾ। ਦੱਸੋ ਵੀ ਉਹਨੂੰ ਕਹਿਣਾ ਪਿਆ ਵੀ ਤੁਹਾਨੂੰ ਕਹਿਣਾ ਪਿਆ ਵੀ ਤੁਸੀਂ ਭਾਈ ਬਈ ਹੈ ਨਾ ਅੱਜ ਕੱਲ ਜੇ ਕਿਤੇ ਬ੍ਰੇਕ ਫੇਲ ਹੋ ਜਾਣ ਤੇ ਮੁੜ ਕੇ 302 ਦਾ 302 ਦਾ ਸਾਡੇ ਤੇ ਪਰਚਾ ਸਾਡੇ ਤੇ ਕਰਦੇ ਪਰਚਾ ਹੋਊਗਾ। ਵੀ ਗੱਲਾਂ ਤੂੰ ਆਪ ਮਾਰੀ ਜਾਂਦਾ, ਗੱਡੀ ਦੇਖ ਕੇ ਭੱਜ ਕੇ ਤੂੰ ਅੱਗੇ ਆ ਗਿਆ। ਹਾਂ ਇਹ ਇਸ ਤਰ੍ਹਾਂ ਹੋ ਜਾਂਦਾ ਹੈ। ਸੋ ਉਹ ਜਿਹੜਾ ਹੈਗਾ ਜੀ ਉਹਨੇ ਫਿਰ ਆਪਦੀ ਬੈਂਚ ਜਿਹੜੀ ਬੈਂਚ ਦੀ ਵਰਤੋਂ ਕੀਤੀ, ਸੀਨੀਅਰ ਵਕੀਲ ਦੇ ਉੱਤੇ ਉਹਨੇ ਫਿਰ ਬੈਂਚ ਖੜਕਾਈ, ਜੀ ਲੱਤਾਂ ਹੱਥਾਂ ਬਾਹਾਂ ਦੇ ਉੱਤੇ ਉਹਦੇ ਮਾਰੀਆਂ। ਉਹ ਚਲੋ ਜੋ ਦੇਖਿਆ ਉਹਨੇ ਘਰੇ ਆ ਕੇ ਵੀ ਤਾਂ ਗੱਲ ਗੜਬੜ ਲੱਗਦੀ ਹੈ। ਹਸਪੀਟਲ ਪਹੁੰਚ ਗਿਆ ਜੀ, ਹਸਪੀਟਲ ਜਾ ਕੇ ਡਾਕਟਰ ਨੂੰ ਦੱਸਿਆ, ਡਾਕਟਰ ਨੇ ਕਿਹਾ ਐਕਸਰੇ ਦੀ ਲੋੜ ਹੈ। ਜਦੋਂ ਐਕਸਰੇ ਕਰਕੇ ਦਿਖਾਇਆ ਜੀ ਤੇ ਉਂਗਲਾ ਫ੍ਰੈਕਚਰ। ਅੱਛਾ ਜੀ। ਉਹਨਾਂ ਨੇ ਚਲੋ ਦਾਖਲ ਕਰ ਲਿਆ, ਟ੍ਰੀਟਮੈਂਟ ਕੀਤਾ। ਅਫਸਰਾਂ ਕੋਲੇ ਗੱਲ ਗਈ, ਅਫਸਰ ਕਹਿੰਦੇ ਜੀ ਤਫਤੀਸ਼ ਕਰਦੇ ਆ, ਜਾਂਚ ਕਰਦੇ ਆ। ਖੈਰ ਗੱਲ ਇਹ ਵੀ ਭਲਾ ਹੋਵੇ ਉੱਥੋਂ ਦੇ SSP ਦਾ, ਜਿਹਨੇ ਇਹ ਗੱਲ ਕਰ ਲਈ ਵੀ ਵਾਕਈ ਥਾਣੇਦਾਰ ਨੇ ਗਲਤ ਕਾਰਵਾਈ ਕੀਤੀ ਹੈ। ਮੈਡੀਕਲ ਜਦੋਂ ਹੋ ਗਿਆ ਕਿ ਬੰਦੇ ਦੀਆਂ ਉਂਗਲਾਂ ਟੁੱਟ ਗਈਆਂ, ਹਾਂਜੀ, ਇਹਦੇ ਖਿਲਾਫ ਕੇਸ ਬਣਦਾ ਤੇ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਤੇਜਾ ਸਿੰਘ ਤੇਜੀ ਦਿਖਾਤੀ। ਉਧਰ ਢਿੱਲੋਂ ਸਾਹਿਬ ਇੱਕ ਹੋਰ ਨਵਾਂ ਚੰਦ ਚੜ ਗਿਆ ਪੁਲਿਸ ਦਾ। ਹਾਂਜੀ, ਰਾਜਸਥਾਨ ਤੋਂ ਯੂਪੀ ਚ ਵੜ ਰਹੇ ਸੀਗੇ ਮਾਈਗ੍ਰੈਂਟ ਲੇਬਰਸ, ਪ੍ਰਵਾਸੀ ਮਜ਼ਦੂਰ। ਅੱਛਾ ਤੇ ਜੀ। ਪੁਲਿਸ ਵਾਲੇ ਆਪਸ ਵਿੱਚ ਟੱਕਰੇ, ਕਈ ਜ਼ਖਮੀ ਹੋ ਗਏ ਨੇ ਪੁਲਿਸ ਵਾਲੇ। ਰਾਜਸਥਾਨ ਚੋਂ ਯੂਪੀ ਚ, ਹਾਂਜੀ। ਇਹ ਕਿਹੜੇ ਪਾਸੇ ਨੂੰ ਜੀ? ਇਹ ਕਿਤੇ ਮੈਨੂੰ ਅਵਿਨਾਸ਼ ਸਿੰਘ ਹੋਰਾਂ ਨੇ ਅਪਡੇਟ ਕੀਤੀ ਹੈ, ਹੁਣ ਵੇਖਦੇ ਆ ਕੀ ਆਉਂਦਾ। ਹੁਣੇ ਹੀ 2 ਸਕਿੰਟ ਪਹਿਲਾਂ ਹੀ ਉਹਨਾਂ ਨੇ। ਠੀਕ ਹੈ ਦੱਸੋ। ਐ ਤਾਂ ਫਿਰ ਚੰਦ ਚੜ੍ਹਦੇ ਜੀ, ਫਿਰ ਪੁਲਿਸ ਕੀ ਹੋਈ? ਉਧਰ ਆਪਣੇ ਕਪੂਰਥਲੇ ਦੇ ਵਿੱਚ ਹੀ ਪੱਤਰਕਾਰ ਦੀ ਪੱਗ ਲਾਤੀ, ਕੁੱਟਮਾਰ ਕਰਤਾ ਥਾਣੇਦਾਰ ਨੇ। ਉਹ ਕਹਿੰਦਾ ਯਾਰ ਤੂੰ ਤਸ਼ੱਦਦ ਕਿਉਂ ਕਰੀ ਜਾਂਦਾ, ਤੂੰ ਬਣਦਾ ਕੇਸ ਕਰਦੇ। ਪੱਤਰਕਾਰ ਨੇ ਕਹਿਤਾ ਕਿਤੇ ਬਾਹਲਾ ਕੁੱਟਮਾਰ ਕਰ ਰਿਹਾ। ਉਹ ਕਹਿੰਦਾ ਖੜ ਜਾ, ਮੈਂ ਹੀ ਤੈਨੂੰ ਦੱਸਦਾ ਵੀ ਪਹਿਲਾਂ ਤੈਨੂੰ ਦੱਸ ਨਹੀਂ। ਹਾਂ, ਪਹਿਲਾਂ ਤੈਨੂੰ ਪਹਾੜਾ ਪੜਾ ਦੇ। ਠੀਕ ਹੈ। ਕਿਆ ਬਾਤ ਹੈ ਜੀ। ਇੱਕ ਉਹ ਵਿਚਾਰਾ ਕਬੱਡੀ ਵਾਲਾ ਮਾਰਤਾ। ਵੈਸੇ ਉੱਥੇ ਦਾ ਮੁੰਡਿਆਂ ਨੂੰ ਵੀ ਮੈਂ ਕਹਿੰਦਾ ਕਿ ਜਿਹੜੇ ਨਾਕਿਆਂ ਦੇ ਉੱਤੇ ਖੜੇ ਉਹਨਾਂ ਨੂੰ ਵੀ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ ਹਰ ਨਹੀਂ ਚੀਜ਼। ਦੇਖੋ ਗੱਲ ਇਹ ਕਿ ਮੈਨੂੰ ਕਾਫੀ ਸਾਰੇ ਫੋਨ ਆਏ, ਤੁਹਾਨੂੰ ਵੀ ਆਏ ਹੋਣੇ। ਆਪਣੇ ਕੋਲੇ ਆ ਗਿਆ ਸੀ, ਥੋੜਾ ਵੀਕਐਂਡ ਆ ਗਿਆ ਸੀ, ਆਪਾਂ ਇਹ ਖਬਰ ਕਰ ਨਹੀਂ ਸਕੇ। ਲੇਕਿਨ ਇਹਦੇ ਤੇ ਗੱਲ ਕਰਨੀ ਬਣਦੀ ਹੈ, ਆਪਾਂ ਇਹਦੇ ਤੇ ਕੱਲ ਗੱਲ ਕਰੀਏ। ਜੇ ਕੱਲ ਨੂੰ ਕਰਦੇ ਆ ਜ਼ਰੂਰੀ ਹੈ। ਇਸ ਗੱਲ ਦੇ ਉੱਤੇ ਬਹੁਤ ਸਾਰੇ ਸੱਜਣਾ ਦੇ ਹਾਂਜੀ। ਹਾਂਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ, ਫਿਰ ਮਿਲਦੇ ਹਾਂ ਤੁਹਾਡੇ